ਹੈਲੋ, ਸਤਿ ਸ਼੍ਰੀ ਅਕਾਲ ਸਾਰੇ ਮੇਰੇ ਦੋਸਤੋ। ਅੱਜ ਤੁਹਾਡੇ ਵਾਸਤੇ ਮੈਂ ਚੌਥਾ ਲੈਕਚਰ ਲੈ ਕੇ ਆਇਆ, ਸੈਟ ਨੰਬਰ 4 ਹਿਸਟਰੀ ਦਾ। ਹਿਸਟਰੀ ਦੇ ਵਿੱਚ ਆਪਣਾ ਆਧੁਨਿਕ ਭਾਰਤ ਦਾ ਇਤਿਹਾਸ, ਉਹਦੇ ਲੈਕਚਰ ਚੱਲ ਰਹੇ ਆ। ਇਹਦੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਕਰਾ ਰਿਹਾ ਜਿਹੜੇ ਆਉਣਗੇ ਅਤੇ ਆ ਚੁੱਕੇ ਨੇ। ਕਿਉਂਕਿ ਜੇ ਤੁਸੀਂ ਆਪਦੇ ਹਿਸਾਬ ਨਾਲ ਸਟੱਡੀ ਕਰਦੇ ਹੋ, ਬੁੱਕਸ ਬਹੁਤ ਪਈਆਂ, ਰਿਹਾਨ ਚੱਕ ਲਓ, ਲੂਸੈਂਟ ਚੱਕ ਲਓ, ਠੀਕ ਹੈ ਨਾ, ਬਹੁਤ ਜ਼ਿਆਦਾ ਬੁੱਕਸ ਹੈਗੀਆਂ। ਜਿੰਨੀਆਂ ਵੀ ਤੁਸੀਂ ਚੱਕੀ ਜਾਓਗੇ ਉਨੇ ਹੀ ਉਹਦੇ 'ਚੋਂ ਡਾਟਾ ਨਿਕਲ ਹੀ ਜਾਊਗਾ। ਜਿਹੜੇ ਬੰਦੇ ਤਾਂ ਪਹਿਲਾਂ ਤੋਂ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਕੰਟੈਂਟ ਦੇ ਵਿੱਚ ਕੀ ਆਊਗਾ ਕੀ ਨਹੀਂ ਆਊਗਾ, ਅਤੇ ਜਿਹੜੇ ਬੱਚੇ ਨਵੇਂ ਹੈਗੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੰਟੈਂਟ ਦੇ ਵਿੱਚ ਕੀ ਨਹੀਂ ਆਊਗਾ ਕੀ ਆਊਗਾ। ਠੀਕ ਹੈ, ਤਾਂ ਕਰਕੇ ਇਹ ਉਹਨਾਂ ਵਾਸਤੇ ਜਿਹੜੇ ਤਿਆਰੀ ਕਰ ਰਹੇ ਆ ਉਹਨਾਂ ਦਾ ਰਿਵੀਜ਼ਨ ਹੋ ਜੂਗੀ। ਜਿਹੜੇ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੇ ਆ ਉਹਨਾਂ ਦਾ ਇਹ ਕੰਮ ਸ਼ੁਰੂ ਤੋਂ ਚੱਲ ਪਊਗਾ। ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਨੇ ਭਰਤੀਆਂ ਲੇਟ ਕੱਢਣ ਕਰਕੇ ਨਾ, ਕਿ ਆਪਣੇ ਕੋਲ ਟਾਈਮ ਘੱਟ ਹੈ ਕਿ 2 ਮਹੀਨਿਆਂ ਦੇ ਵਿੱਚ ਜਾਂ 2.5 ਮਹੀਨਿਆਂ ਦੇ ਵਿੱਚ ਜੇ ਆਪਾਂ ਸਿਲੇਬਸ ਕੰਪਲੀਟ ਕਰਨਾ, ਅਤੇ ਬਸ ਤੁਸੀਂ ਨਾ ਮੈਨੂੰ ਥੋੜ੍ਹੇ 4-5 ਦਿਨਾਂ ਦਾ ਟਾਈਮ ਦੇ ਦਿਓ। ਉਹ 4-5 ਦਿਨਾਂ ਤੁਸੀਂ ਮੈਨੂੰ ਟਾਈਮ ਐਂ ਦੇ ਦਿਓ ਕਿ ਮੈਂ ਨਾ ਤੁਹਾਡਾ ਹੁਣ ਮੈਥ ਦਾ ਲੈਕਚਰ ਲੈ ਕੇ ਆਇਆ ਕਰੂੰਗਾ। ਮੈਥ ਦੇ ਵਿੱਚ ਜਿਹੜਾ ਤੁਸੀਂ ਦੇਖੋ, ਕਿਸੇ ਮਰਜ਼ੀ ਮੈਥ ਚੱਕ ਲਓ, ਬਹੁਤ ਸਾਰੇ ਮੈਥ ਹੁੰਦੇ। ਰਕੇਸ਼ ਯਾਦਵ ਦਾ ਮੈਥ ਹੈਗਾ ਗਾ, ਆਪਣਾ RS ਅਗਰਵਾਲ ਦਾ ਮੈਥ ਹੈਗਾ ਗਾ, ਬਹੁਤ ਜ਼ਿਆਦਾ ਮੈਥ ਦੇ ਪਏ, ਕਿਰਨ ਦੀਆਂ ਬੁੱਕਾਂ ਆਉਂਦੀਆਂ ਮੈਥ ਦੀਆਂ। ਜਿਹੜੇ ਬੰਦੇ ਦਾ ਸੰਬੰਧ ਸ਼ੁਰੂ ਤੋਂ ਮੈਥ ਨਾਲ ਹੈਗਾ ਗਾ, +1 ਦੇ ਵਿੱਚ ਵੀ ਮੈਥ ਸੀ, +2 ਦੇ ਵਿੱਚ ਵੀ ਉਹਨਾਂ ਕੋਲ ਮੈਥ ਸੀ, ਠੀਕ ਹੈ ਜੀ, ਉਹਨਾਂ ਤੋਂ ਕੋਈ ਬਾਹਲੀ ਪ੍ਰੋਬਲਮ ਨਹੀਂ ਆਊਗੀ। ਜਿਨ੍ਹਾਂ ਨੇ +1 ਅਤੇ +2 ਦੇ ਵਿੱਚ ਆਰਟਸ ਕਰੀ ਹੈ ਜਾਂ ਕਮਰਸ ਕੀਤੀ ਹੈ, ਜਾਂ ਹੋਰ ਵੀ ਮੰਨ ਲਓ ਕਿ ਉਹਨਾਂ ਕੋਲ ਮੈਥ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਸੀ, ਉਹਨਾਂ ਨੂੰ ਮੈਥ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਅਤੇ ਮੈਂ ਤੁਹਾਨੂੰ ਕੀ ਕਰੂੰਗਾ, ਮੈਂ ਤੁਹਾਨੂੰ ਜਿਹੜੇ ਵੀ ਇਹਨਾਂ ਦੇ ਪੁਰਾਣੇ ਪੇਪਰ ਆਏ ਹੋਏ ਹੈ, ਤਾਂ ਜਿਹੜੇ ਮਹੱਤਵਪੂਰਨ ਲੱਗਦੇ ਮੈਨੂੰ ਪੇਪਰ ਦੇ ਪੁਆਇੰਟ ਤੋਂ, ਉਹ ਤੁਹਾਨੂੰ ਉਹਦੀਆਂ ਅਸਾਈਨਮੈਂਟਾਂ ਬਣਾ ਲਿਆ ਕਰੂੰਗਾ 50 ਇੱਕ ਇਕਾਈ ਦੇ ਮੈਂ ਤੁਹਾਨੂੰ 50 ਬਸ ਪ੍ਰਸ਼ਨ ਕਰਾਊਂਗਾ, ਜ਼ਿਆਦਾ ਨਹੀਂ ਕਰਵਾਉਂਦਾ। ਠੀਕ ਹੈ ਨਾ, ਉਹਦੀ ਚੰਗੀ ਤਰ੍ਹਾਂ ਤਿਆਰੀ ਕਰ ਲਓ। ਇੱਕ ਤੁਹਾਨੂੰ ਇਹ ਵੀ ਪਤਾ ਗਾ, ਇਹ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਹੁਣ ਦੂਸਰੀਆਂ ਚੀਜ਼ਾਂ ਬਾਹਰੋਂ ਆ ਸਕਦੀਆਂ, ਪਰ ਮੈਥ ਕਦੇ ਵੀ ਬਾਹਰੋਂ ਨਹੀਂ ਆਉਂਦਾ ਹੁੰਦਾ, ਨਾ ਰੀਜ਼ਨਿੰਗ ਕਦੇ ਵੀ ਬਾਹਰੋਂ ਆਵੇ। ਇਹ ਦੋਨੇ ਚੀਜ਼ਾਂ ਅੰਦਰੋਂ ਹੀ ਆਉਂਦੀਆਂ ਹੁੰਦੀਆਂ। ਹੁਣ ਮੈਥ ਕੋਈ ਬਾਹਰੋਂ ਨਹੀਂ ਪਾ ਸਕਦਾ। ਮੈਥ ਲਈ ਕੀ ਕੰਮ ਕਰੋ, ਥੋੜ੍ਹੀ ਪ੍ਰੈਕਟਿਸ, ਟ੍ਰਿਕ ਦੱਸਣ ਦੀ ਜ਼ਿੰਮੇਵਾਰੀ ਮੇਰੀ ਹੈ। ਜਿਹੜੇ ਤੁਹਾਨੂੰ ਮੈਂ 50 ਜਾਂ 60 ਸਵਾਲ ਦਿਆ ਕਰੂੰਗਾ ਨਾ, ਉਹਨਾਂ ਤੁਸੀਂ ਸਮਝ ਲਓ ਕਿ ਉਂਗਲਾਂ 'ਤੇ ਹੋਣੇ ਚਾਹੀਦੇ ਤੁਹਾਡੇ। ਠੀਕ ਹੈ ਜੀ, ਉਹ ਤਰੀਕੇ ਤੁਹਾਡੇ ਉਂਗਲਾਂ 'ਤੇ ਹੋਣੇ ਚਾਹੀਦੇ। ਇੰਨੇ ਵਧੀਆ ਤਰੀਕੇ ਨਾਲ ਕਰਵਾਊਂਗਾ ਨਾ ਮੈਥ। ਜਿਵੇਂ ਆਪਣੀ ਚੱਲ ਰਹੀ ਹੈ ਹਿਸਟਰੀ, ਜਿਵੇਂ ਆਪਾਂ ਇੱਕ ਆਪਰੇਸ਼ਨ ਦਾ ਜਿਵੇਂ ਜੂਸ ਨਹੀਂ ਕੱਢ ਦਿੰਦੇ ਹੁੰਦੇ ਜਮਾ, ਜਿਵੇਂ ਤੁਸੀਂ ਆਪਾਂ ਗੰਨੇ ਦਾ ਜੂਸ ਪੀਂਦੇ ਹੁੰਦੇ ਹਾਂ, ਉਹ ਮਗਰ ਇਕੱਲੀ ਗੁੱਦਾ ਜਿਹਾ ਨਹੀਂ ਰਹਿ ਜਾਂਦਾ, ਉਹ ਕੰਮ ਕਰ ਦੇਣਾ ਆਪਾਂ ਆਪਰੇਸ਼ਨ ਦਾ। ਅਤੇ ਠੀਕ ਹੈ ਜੀ। ਅਤੇ ਬਾਕੀ ਵੀਡੀਓ ਤੁਹਾਨੂੰ ਮੈਂ ਇੱਕ ਅੱਜ ਹੋਰ ਦੇਵਾਂਗਾ ਥੋੜ੍ਹੇ ਕੁ ਟਾਈਮ ਤੱਕ, ਅਤੇ ਉਹ ਵੀਡੀਓ ਦੇ ਵਿੱਚ ਨਾ ਇੱਕ ਅਲੱਗ ਮੈਟਰ ਹੋਇਆ ਕਰੂਗਾ, ਉਹ ਵੀ ਤੁਸੀਂ ਪੜ੍ਹਨਾ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਜਿਹੜੇ ਟੋਪਿਕ ਇੰਪੋਰਟੈਂਟ ਟੋਪਿਕ ਹੈਗੇ, ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾਂਦੇ, ਉਹਨਾਂ ਦੀ ਇੱਕ ਅਲੱਗ ਜਿਹੀ ਵੀਡੀਓ ਬਣਾ ਦਿਆ ਕਰੋ। ਉਹ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰਨੇ ਆ, ਕਿਤੇ ਉਹਨੂੰ ਹਲਕੇ 'ਚ ਨਾ ਲੈ ਲਿਓ। ਇੱਕ ਗੱਲ ਮੈਂ ਹੋਰ ਜ਼ਰੂਰੀ ਕਰਨੀ ਸੀ ਆਪਣੇ ਨਾਲ, ਕਿ ਜਿਹੜੇ ਕੈਂਡੀਡੇਟ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਟੈਲੀਗ੍ਰਾਮ ਦੇ ਵਿੱਚ ਕਿਵੇਂ ਐਡ ਹੋਣਾ, ਉਹ ਸੁਣ ਲਓ ਮੇਰੇ ਦੋਸਤੋ। ਜਿਹੜਾ ਆਪਣਾ ਵੀਡੀਓ ਹੁੰਦੀ, ਵੀਡੀਓ ਥੱਲੇ ਡਿਸਕ੍ਰਿਪਸ਼ਨ ਹੁੰਦਾ, ਉਹਦੇ ਵਿੱਚ ਨਾ ਆਪਣੀ ਵੀਡੀਓ ਉਹਦਾ ਟੈਲੀਗ੍ਰਾਮ ਦਾ ਲਿੰਕ ਪਿਆ ਹੁੰਦਾ, ਉਹ 'ਤੇ ਕਲਿੱਕ ਕਰੋਗੇ, ਇਹ ਦੁਬਾਰਾ ਜੁਆਇਨ ਹੋ ਜਾਓ ਆਪਣੇ ਆਪ। ਜੇ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗਦਾ, ਫਿਰ ਤੁਸੀਂ ਇਹ ਕਰੋ ਕਿ ਟੈਲੀਗ੍ਰਾਮ 'ਤੇ ਜਾਓ, ਉੱਥੇ ਜਾ ਕੇ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਸਰਚ ਕਰੋ, ਅਤੇ ਉਹਦੇ ਵਿੱਚ ਆਪਣਾ ਚੈਨਲ ਦਾ ਨੇਮ ਆ ਜਾਊਗਾ, ਅਤੇ ਉਹਦੇ ਵਿੱਚ ਜੁਆਇਨ ਕਰੋ। ਠੀਕ ਹੈ ਜੀ। ਹੁਣ ਆਪਣਾ ਪਹਿਲਾ ਪ੍ਰਸ਼ਨ ਸ਼ੁਰੂ ਹੋਣ ਜਾ ਰਿਹਾ ਹੈਗਾ, ਅਤੇ ਉਹ ਤੁਸੀਂ ਧਿਆਨ ਨਾਲ ਸੁਣ ਲਓ। ਮਾਈ ਐਕਸਪੈਰੀਮੈਂਟ ਵਿਦ ਟਰੱਥ, ਇਹ ਕਿਹਨੇ ਕਹੀ ਸੀ? ਇਹ ਬੁੱਕ ਲਿਖੀ ਹੋਈ ਹੈ। ਠੀਕ ਹੈ ਜੀ। ਇਹ ਬੁੱਕ ਕਿਹਨੇ ਲਿਖੀ ਹੋਈ ਹੈ? ਇਹ ਬੁੱਕ ਲਿਖੀ ਹੋਈ ਹੈ ਆਪਣੇ ਮਹਾਤਮਾ ਗਾਂਧੀ ਜੀ ਨੇ। ਇਹਨਾਂ ਨੇ ਇਹ ਬੁੱਕ ਨਾ ਆਪਦੇ ਸ਼ੁਰੂ ਤੋਂ, ਜਦੋਂ ਉਹਨਾਂ ਦਾ ਜੀਵਨ ਦੇ ਵਿੱਚ ਇਹਨੂੰ ਸਮਝ ਆਉਣ ਲੱਗੀ, ਉਦੋਂ ਤੋਂ ਲੈ ਕੇ 1921 ਤੱਕ ਦੀਆਂ ਜਿਹੜੀਆਂ ਵੀ ਘਟਨਾਵਾਂ ਇਹਨਾਂ ਦੇ ਜੀਵਨ ਦੇ ਵਿੱਚ ਹੋਈਆਂ, ਤਾਂ ਜਿਨ੍ਹਾਂ ਤੋਂ ਇਹਨੇ ਸਿੱਖਿਆ ਲੈਤੀ ਹੈ, ਜਿਹੜਾ ਨਾ ਇਹਨਾਂ ਨੇ ਮੂਵਮੈਂਟਾਂ ਕੀਤੀਆਂ, ਉਹਨਾਂ ਸਾਰਿਆਂ ਦਾ ਜਿਹੜਾ ਬਾਇਓਡਾਟਾ, ਉਹ ਇਹਨਾਂ ਦੀ ਮਾਈ ਐਕਸਪੈਰੀਮੈਂਟ ਬੁੱਕ ਦੇ ਵਿੱਚ ਇਹਨਾਂ ਨੇ ਆਪਦੇ ਹੱਥੀਂ ਲਿਖਿਆ ਹੋਇਆ ਹੈਗਾ। ਠੀਕ ਹੈ ਜੀ। ਬਸ ਇਹਦੀ ਡਿਟੇਲ ਇੰਨੀ ਕੀ ਹੈ। ਹੁਣ ਆਜੋ ਦੂਸਰੇ 'ਤੇ। ਮੋਤੀ ਲਾਲ ਨਹਿਰੂ ਅਤੇ ਚਤਰੰਦਰ ਦਾਸ। ਚਤਰੰਦਰ ਦਾਸ ਨੂੰ ਨਾ ਆਪਾਂ CR ਦਾਸ ਵੀ ਕਹਿ ਦਿੰਦੇ ਹਾਂ, CR ਦਾਸ। ਠੀਕ ਹੈ ਜੀ। ਇਹ ਕਿਸੇ ਸੰਸਥਾਪਕ ਸੀ, ਇਹ ਸਮਝਣਾ ਆਪਾਂ। ਇਹ ਹੈਗੇ ਸੀ ਸੰਸਥਾਪਕ ਸਵਰਾਜ ਪਾਰਟੀ ਦੇ। ਇਹ ਸਵਰਾਜ ਪਾਰਟੀ ਦੇ ਸੰਸਥਾਪਕ ਸੀ। ਗੱਲ ਕੀ ਹੋਈ ਕਿ ਇਹਨਾਂ ਨੂੰ ਸਵਰਾਜ ਪਾਰਟੀ ਬਣਾਉਣੀ ਪਈ? ਗੱਲ ਇਹ ਹੋਈ ਸੀ, ਜਦੋਂ ਤੁਹਾਨੂੰ ਇੱਕ ਦੱਸਿਆ ਚੋਰੀ ਚੋਰਾ ਦਾ ਕਾਂਡ ਹੋਇਆ ਸੀ 5 ਫਰਵਰੀ 1922 ਨੂੰ, ਚੋਰੀ ਚੋਰਾ ਦਾ ਕਾਂਡ ਹੋਇਆ ਸੀ, ਜਿਹਦੇ ਵਿੱਚ ਤੁਹਾਨੂੰ ਦੱਸਿਆ ਕਿ ਥਾਣੇ ਨੂੰ ਅੱਗ ਲਾਤੀ ਸੀ ਅਤੇ ਮੁਲਾਜ਼ਮ ਵੀ ਬਹੁਤ ਸਾਰੇ ਮਰ ਗਏ ਸੀ। ਠੀਕ ਹੈ ਨਾ ਜੀ। ਉਹ ਚੀਜ਼ ਤੋਂ ਦੁਖੀ ਹੋ ਕੇ ਮਹਾਤਮਾ ਗਾਂਧੀ ਨੇ 13 ਫਰਵਰੀ ਨੂੰ 1922 ਨੂੰ ਹੀ, ਥੋੜ੍ਹੇ ਕੁ ਦਿਨਾਂ ਬਾਅਦ ਹੀ, ਜਿਹੜਾ ਉਹਨਾਂ ਦਾ ਅਸਹਿਯੋਗ ਅੰਦੋਲਨ ਸੀ, ਜਿਹੜਾ ਗਾਂਧੀ ਜੀ ਦਾ ਕਿਹੜਾ ਅੰਦੋਲਨ ਸੀ? ਅਸਹਿਯੋਗ ਅੰਦੋਲਨ ਸੀ। ਉਹ ਗਾਂਧੀ ਜੀ ਨੇ ਕੀ ਕਰਤਾ, ਅੰਦੋਲਨ ਵਾਪਸ ਲੈ ਲਿਆ ਉਹਦਾ। ਜਦੋਂ ਵਾਪਸ ਲੈ ਲਿਆ ਤਾਂ ਇਹ ਗੱਲ ਤੋਂ ਜਿਹੜਾ CR ਦਾਸ ਸੀ ਅਤੇ ਆਪਣੇ ਦੂਸਰੇ ਇਹਦੇ ਨਾਲ ਸੀ
ਆਪਣੇ ਮੋਤੀ ਲਾਲ ਨਹਿਰੂ ਜਿਹਨੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ 1922 ਦੇ ਵਿੱਚ ਹੀ ਕਰੀ ਸੀ। ਉਹ ਗਾਂਧੀ ਜੀ ਨਾਲ ਖਫਾ ਹੋ ਗਏ ਇਹ ਗੱਲ ਤੋਂ। ਗਾਂਧੀ ਜੀ ਨੂੰ ਕਹਿੰਦੇ ਤੁਸੀਂ ਅੰਦੋਲਨ ਵਾਪਸ ਨਹੀਂ ਲੈਣਾ। ਗਾਂਧੀ ਜੀ ਨੂੰ ਇੰਨਾ ਦੁੱਖ ਹੋਇਆ ਕਿ ਉਹਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ। ਅਤੇ ਇਹ ਗੱਲ ਤੋਂ CR ਦਾਸ ਅਤੇ ਮੋਤੀ ਲਾਲ ਨਹਿਰੂ ਗਾਂਧੀ ਜੀ ਨਾਲ ਗੁੱਸੇ ਹੋ ਗਏ ਅਤੇ ਉਹਨਾਂ ਨੇ ਇੱਕ ਅਲੱਗ ਪਾਰਟੀ ਬਣਾ ਲਈ। ਉਹ ਪਾਰਟੀ ਦਾ ਨਾਂ ਕੀ ਰੱਖਿਆ ਸੀ? ਸਵਰਾਜ ਪਾਰਟੀ। ਠੀਕ ਹੈ ਜੀ, ਬਸ ਇੰਨਾ ਯਾਦ ਕਰਨ ਦੀ ਲੋੜ ਹੈ, ਹੋਰ ਕੁਝ ਯਾਦ ਕਰਨ ਦੀ ਲੋੜ ਨਹੀਂ। ਸਵਰਾਜ ਪਾਰਟੀ ਦੀ ਨੀਂਹ ਕਦੋਂ ਰੱਖੀ ਸੀ? 1922 ਦੇ ਵਿੱਚ। ਮੋਤੀ ਲਾਲ ਮੇਨ ਸੀ ਇਹਨਾਂ ਦੇ ਅਤੇ ਨਾਲ CR ਦਾਸ ਸੀ। ਇਹ ਦੋਨੇ ਕਿਹਦੇ ਸੰਸਥਾਪਕ ਸੀ? ਇਹ ਦੋਨੇ ਹੈਗੇ ਸੀ ਜੀ ਆਪਣੇ ਸਵਰਾਜ ਪਾਰਟੀ ਦੇ ਸੰਸਥਾਪਕ। ਇਸ ਤੋਂ ਬਾਅਦ ਜਿਹੜੀ ਆਪਣੀ ਅਗਲੀ ਬੁੱਕ ਹੈ ਉਹ ਹੈਗੀ ਹੈ ਇੰਡੀਆ ਵਿਨਸ ਫਰੀਡਮ। ਕਿਹੜੀ ਬੁੱਕ ਸੇ? ਇੰਡੀਆ ਵਿਨਸ ਫਰੀਡਮ। ਇਹ ਕਿਸ ਦੀ ਆਤਮ ਕਥਾ ਹੈ? ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਹ ਆਤਮ ਕਥਾ ਹੈਗੀ ਹੈ ਅਬਦੁਲ ਕਲਾਮ ਜੀ ਦੀ। ਅਬਦੁਲ ਕਲਾਮ ਜੀ ਸੀ ਜਿਹੜੇ, ਉਹ ਆਪਣੇ ਪਹਿਲੇ ਇਹ ਰਾਸ਼ਟਰਪਤੀ ਹੈ ਜਿਹੜੇ ਵਿਗਿਆਨੀ ਸੀ। ਦੇਖੋ ਕਿਹੜੀ ਟ੍ਰੇਡ ਸੀ ਇਹਨਾਂ ਦੀ ਅਤੇ ਆ ਕਿੱਧਰ ਗਏ, ਪੋਲੀਟੀ ਦੇ ਵਿੱਚ ਆ ਗਏ। ਠੀਕ ਹੈ ਜੀ, ਅਤੇ ਇਹਨਾਂ ਦੀ ਮਤਲਬ ਯੋਗਤਾ ਦੱਸਦੀ ਹੈ ਕਿ ਇੰਨੇ ਪੜ੍ਹੇ ਲਿਖੇ ਅਤੇ ਵਿਦਵਾਨ ਬੰਦੇ ਸੀ ਨਾ ਇਹ, ਬਹੁਤ ਇਹਨਾਂ ਨੇ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ। ਹੁਣ ਆਪਾਂ ਦੁਬਾਰਾ ਦੱਸ ਦਾਂਗੇ ਇਹ ਕਿਹਦੀ ਆਤਮ ਕਥਾ? ਇਹ ਹੈਗੀ ਜੀ ਆਪਣੀ ਅਬਦੁਲ ਕਲਾਮ ਜੀ ਦੀ ਆਤਮ ਕਥਾ। ਇੱਕ ਪ੍ਰਸ਼ਨ ਹੋਰ ਪੁੱਛਿਆ ਜਾਂਦਾ ਹੁੰਦਾ ਹੈਗਾ ਕਿ ਜਿਹੜੀ INC ਨਾ, ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ 1885 ਦੇ ਵਿੱਚ ਬਣੀ ਸੀ, AO ਹਿਊਮ ਇਹਦਾ ਫਾਊਂਡਰ ਸੀ। ਠੀਕ ਹੈ ਨਾ, ਇਹਦੇ ਵਿੱਚ ਜਿਹੜੇ ਸੈਸ਼ਨ ਦੇ ਵਿੱਚ ਸੀ, ਇੱਕ ਸੈਸ਼ਨ ਸੀਗਾ ਅਤੇ ਪ੍ਰਸ਼ਨ ਇਹ ਪੁੱਛਿਆ ਜਾਂਦਾ ਕਿ INC ਦੇ ਵਿੱਚ ਉਹ ਕਿਹੜਾ ਪ੍ਰਧਾਨ ਹੈ ਜਿਹੜਾ ਸਭ ਤੋਂ ਘੱਟ ਉਮਰ ਦਾ ਸੀ ਜਾਂ ਸਭ ਤੋਂ ਜਵਾਨ ਸੀ? ਉਹ ਸਭ ਤੋਂ ਜਵਾਨ ਅਤੇ ਘੱਟ ਉਮਰ ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹੜਾ ਪ੍ਰਧਾਨ ਬਣਿਆ ਸੀ ਉਹ ਬਣਿਆ ਸੀ ਅਬਦੁਲ ਕਲਾਮ। ਇੱਕ ਦਾ ਪ੍ਰਸ਼ਨ ਇਹ ਬਣੂਗਾ ਕਿ INC ਦੇ ਵਿੱਚ ਸਭ ਤੋਂ ਯੰਗੈਸਟ ਜਾਂ ਨੌਜਵਾਨ ਜਾਂ ਘੱਟ ਉਮਰ ਦਾ ਕਿਹੜਾ ਪ੍ਰੈਜ਼ੀਡੈਂਟ ਬਣਿਆ? ਅਬਦੁਲ ਕਲਾਮ। ਦੂਸਰੇ ਪਾਸੇ ਕੀ ਪ੍ਰਸ਼ਨ ਆ ਸਕਦਾ ਕਿ ਉਹ ਕਿਹੜਾ ਪ੍ਰੈਜ਼ੀਡੈਂਟ ਸੀ ਜਿਹਨੇ INC ਦੇ ਪ੍ਰੈਜ਼ੀਡੈਂਟ ਦੇ ਪਦ ਤੋਂ, ਪ੍ਰਧਾਨ ਦੇ ਪਦ ਤੋਂ ਅਸਤੀਫਾ ਦਿੱਤਾ ਸੀ? ਉਹ ਆਪਣਾ ਹੈਗਾ ਸੀ ਸੁਭਾਸ਼ ਚੰਦਰ ਬੋਸ, ਜਿਨ੍ਹਾਂ ਨੇ ਬਾਅਦ ਵਿੱਚ ਆਪਣੀ ਇੱਕ ਫੌਜ ਦੀ ਫਾਰਵਰਡ ਬਲਾਕ ਦੀ ਇੱਕ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਅਗਲਾ ਆ ਗਿਆ ਸਰਦਾਰ ਵੱਲਭ ਭਾਈ ਪਟੇਲ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ। ਕਹਿੰਦੇ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਹੈ ਉਹਨਾਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਉਹਨਾਂ ਨੂੰ ਜਾਣਿਆ ਜਾਂਦਾ ਜੀ ਆਪਣਾ ਭਾਰਤ ਦਾ ਬਿਸਮਿਕ। ਉਹਨਾਂ ਨੂੰ ਭਾਰਤ ਦੇ ਬਿਸਮਿਕ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ। ਠੀਕ ਹੈ ਜੀ, ਕਿਉਂਕਿ ਉਹਨਾਂ ਨੇ ਵੀ ਬਹੁਤ ਸਾਰਾ ਸਾਥ ਦਿੱਤਾ ਸੀ ਆਪਣੀ ਆਜ਼ਾਦੀ ਦੇ ਵਿੱਚ ਅਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਉਹ ਭੂਮਿਕਾ ਨਿਭਾਈਆਂ ਸੀ ਆਪਦੀਆਂ, ਕਿਤੇ ਅੰਦੋਲਨ ਕੀਤੇ ਅਤੇ ਪੂਰੀ ਫੁੱਲ ਸਪੋਰਟ ਕੀਤੀ ਉਹਨਾਂ ਨੇ ਵੀ। ਇਸ ਤੋਂ ਬਾਅਦ ਅਗਲਾ ਕਿਸ ਨੇ ਕਿਹਾ ਸੀ ਕਿ ਸਾਈਮਨ ਕਮਿਸ਼ਨ ਦੀ ਰਿਪੋਰਟ ਕੂੜੇ ਵਿੱਚ ਸੁੱਟਣ ਦੇ ਲਾਇਕ ਹੈ? ਪਹਿਲੀ ਗੱਲ ਤਾਂ ਇਹ ਸਾਈਮਨ ਕਮਿਸ਼ਨ ਦਾ ਦੂਸਰਾ ਨਾਮ ਕੀ ਹੈ? ਬਾਈਟਮੈਨ ਕਮਿਸ਼ਨ। ਬਾਈਟਮੈਨ ਕਮਿਸ਼ਨ ਕਿਹਨੂੰ ਕਿਹਾ ਜਾਂਦਾ? ਸਾਈਮਨ ਕਮਿਸ਼ਨ ਨੂੰ। ਕਦੋਂ ਆਇਆ ਸੀ? 1928 ਦੇ ਵਿੱਚ। 1928 ਦੇ ਵਿੱਚ ਜੋ ਲਾਠੀਚਾਰਜ ਹੋਇਆ ਸੀ ਤਾਂ ਉਹ ਲਾਠੀਚਾਰਜ ਦੇ ਵਿੱਚ ਕੌਣ ਸ਼ਹੀਦ ਹੋ ਗਏ ਸੀ? ਲਾਲਾ ਲਾਜਪਤ ਰਾਏ। ਜੋ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਏ ਸੀ ਨਾ, ਉਹ ਸ਼ਹੀਦ ਕਰਨ ਦੇ ਵਿੱਚ ਜਿਹੜੀਆਂ ਨੇ ਸੱਚ ਲਾਠੀਆਂ ਮਾਰੀਆਂ ਸੀ ਉਹ ਕਿਹਨੇ ਮਾਰੀਆਂ ਸੀ? ਉਹ ਮਾਰੀਆਂ ਸੀ ਸਾਡਰਸ ਨੇ। ਸਾਡਰਸ ਨੂੰ ਕਿਹਨੇ ਮਾਰਿਆ ਸੀ? ਭਗਤ ਸਿੰਘ ਨੇ। ਠੀਕ ਹੈ, ਇਹ ਵੀ ਪ੍ਰਸ਼ਨ ਆ ਸਕਦੇ ਭਗਤ ਸਿੰਘ ਨੇ ਕਿਸ ਨੂੰ ਮਾਰਿਆ ਸੀ? ਸਾਡਰਸ ਨੂੰ ਮਾਰਿਆ ਸੀ। ਸਾਡਰਸ ਨੂੰ ਉਹਨੇ ਕਿਉਂ ਮਾਰਿਆ ਸੀ? ਕਿਉਂਕਿ ਜਦੋਂ 1928 ਦੇ ਵਿੱਚ ਆਪਣੇ ਬਾਈਟਮੈਨ ਕਮਿਸ਼ਨ ਜਾਂ ਸਾਈਮਨ ਕਮਿਸ਼ਨ ਆਇਆ ਸੀ, ਉਹਦੇ ਵਿਰੋਧ ਦੇ ਵਿੱਚ ਜਦੋਂ ਸੜਕਾਂ 'ਤੇ ਲਾਲਾ ਲਾਜਪਤ ਰਾਏ ਜੀ ਉਤਰੇ ਤਾਂ ਇਹਨਾਂ ਨੇ ਕੀ ਕੀਤਾ? ਸਾਡਰਸ ਨੇ ਉਹਨੇ ਸੱਚ ਲਾਠੀਆਂ ਮਰਵਾ ਕੇ ਅਤੇ ਉਹਨਾਂ ਦਾ ਉੱਥੇ ਸ਼ਹੀਦ ਕਰਤਾ ਉਹਨਾਂ ਨੂੰ। ਠੀਕ ਹੈ ਜੀ, ਇਹ ਸੀ ਸਾਈਮਨ ਕਮਿਸ਼ਨ ਦੀ ਰਿਪੋਰਟ। ਤਾਂ ਕਰਕੇ ਉਹਨੇ ਕਿਹਾ ਸੀ ਇਹਨੂੰ ਕੂੜੇ 'ਚ ਸੁੱਟੋ, ਕਿਉਂਕਿ ਇਹ ਭਾਰਤੀਆਂ ਦੇ ਹੱਕ 'ਚ ਨਹੀਂ ਸੀ, ਕਿਉਂਕਿ ਸਾਰੇ ਇਹਦੇ ਵਿੱਚ ਅੰਗਰੇਜ਼ ਸੀ। ਇਹ ਗੱਲ ਕਿਹਨੇ ਕਹੀ ਸੀ ਜੀ? ਇਹ ਗੱਲ ਕਹੀ ਸੀ ਸ਼ਿਵ ਸਵਾਮੀ ਅਈਅਰ। ਸ਼ਿਵ ਸਵਾਮੀ ਅਈਅਰ ਨੇ ਕਿਹਾ ਸੀ ਕਿ ਸਾਈਮਨ ਕਮਿਸ਼ਨ ਦੀ ਰਿਪੋਰਟ ਕੂੜੇ ਵਿੱਚ ਸੁੱਟਣ ਦੇ ਲਾਇਕ ਹੈ। ਇਸ ਤੋਂ ਬਾਅਦ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਗਾਂਧੀ ਜੀ ਨੂੰ ਕਿਦੋਂ ਗ੍ਰਿਫਤਾਰ ਕੀਤਾ ਗਿਆ? ਭਾਰਤ ਛੱਡੋ ਅੰਦੋਲਨ ਦੇ ਬਾਅਦ ਗਾਂਧੀ ਜੀ ਨੂੰ 9 ਅਗਸਤ 1942 ਨੂੰ, ਠੀਕ ਹੈ ਜੀ, 9 ਅਗਸਤ 1942 ਨੂੰ ਗਾਂਧੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਤੇ ਇੱਕ ਇਹਨਾਂ ਨੇ ਉਦੋਂ ਨਾਅਰਾ ਕਿਹੜਾ ਦਿੱਤਾ ਸੀ 1942 ਦੇ ਵਿੱਚ? ਇਹਨੇ 1942 ਦੇ ਵਿੱਚ ਨਾਅਰਾ ਦਿੱਤਾ ਸੀ ਕਰੋ ਜਾਂ ਮਰੋ। ਅਤੇ ਉਦੋਂ ਇਹਨਾਂ ਨੇ ਕਿਹੜਾ ਅੰਦੋਲਨ ਚਲਾਇਆ ਸੀ? ਭਾਰਤ ਛੱਡੋ ਅੰਦੋਲਨ। 9 ਅਗਸਤ 1942 ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਗਿਆ ਸੀ। ਡੇਟ ਐਗਜ਼ੈਕਟ ਯਾਦ ਰੱਖਣੀ ਹੈ 9 ਅਗਸਤ 1942। ਠੀਕ ਹੈ ਜੀ, ਅਤੇ ਇਹਨਾਂ ਨੂੰ ਜਦੋਂ ਉਹਨਾਂ ਨੇ ਫੜ ਲਿਆ ਸੀ, ਠੀਕ ਹੈ ਜੀ, ਅਤੇ ਇਸ ਤੋਂ ਬਾਅਦ ਜਿਹੜੀ ਆਪਣੀ ਬ੍ਰਿਟਿਸ਼ ਸਰਕਾਰ ਸੀ ਉਹਨੇ ਆਪਰੇਸ਼ਨ ਜ਼ੀਰੋ ਵੀ ਚਲਾਇਆ, ਆਪਰੇਸ਼ਨ ਜ਼ੀਰੋ ਔਰ ਵੀ ਚਲਾਇਆ ਸੀ। ਠੀਕ ਹੈ ਜੀ, ਉਹ 1942 'ਚ ਪ੍ਰਸ਼ਨ ਇਹ ਪੁੱਛਣਾ ਕਿ ਜਿਹੜਾ ਆਪਰੇਸ਼ਨ ਜ਼ੀਰੋ ਸੀ ਉਹ ਕਿਸ ਨੇ ਚਲਾਇਆ ਸੀ? ਆਪਰੇਸ਼ਨ ਜ਼ੀਰੋ ਚਲਾਇਆ ਸੀ ਅੰਗਰੇਜ਼ਾਂ ਨੇ 1942 ਦੇ ਵਿੱਚ ਜਦੋਂ ਭਾਰਤ ਛੱਡਣ ਅੰਦੋਲਨ ਚੱਲ ਰਿਹਾ ਸੀ। ਇੱਕ ਗੱਲ ਹੋਰ ਵਿੱਚ ਨਾ ਬੱਚੇ ਕਹਿੰਦੇ ਨੇ ਕਿ ਸਰ ਲੈਵਲ ਥੋੜ੍ਹਾ ਜਿਹਾ ਹਾਈ ਆ ਰਿਹਾ। ਦੇਖੋ ਬੱਚੇ, ਜਿਹੜੀ ਆਪਾਂ ਨੌਕਰੀ ਲੈਣੀ ਨਾ ਉਹ ਆਪਾਂ ਸਰਕਾਰੀ ਨੌਕਰੀ ਲੈਣੀ ਹੈ। ਇੱਕ ਵਾਰੀ ਜੇ ਆਪਦੇ ਆਪ ਨੂੰ ਬੜਾ ਥੋੜ੍ਹਾ ਜਿਹਾ ਤੰਗ ਕਰ ਲਓਗੇ ਨਾ, ਮਿਹਨਤ ਦਾ ਫਲ ਮਿਲ ਜੂਗਾ। ਰੌਲਾ ਇਹ ਹੈਗਾ ਕਿ ਕਰਵਾ ਤਾਂ ਮੈਂ ਤੁਹਾਨੂੰ ਸੌਖੇ ਵੀ ਦਿੰਦਾ, ਜਮ੍ਹਾਂ ਇਹ 1-2 ਨੰਬਰਾਂ ਦੇ ਬਸ ਕਰਵਾ ਦਿੰਦਾ। ਉਹਦੇ 'ਚ ਜੇ ਕੁਛ ਨਾ ਆਇਆ ਫਿਰ ਥੋੜ੍ਹਾ ਮੱਥਾ ਮਾਰੇ ਦਾ ਵੀ ਕੀ ਫਾਇਦਾ, ਤੁਹਾਡਾ ਟਾਈਮ ਬਰਬਾਦੀ ਦਾ ਵੀ ਕੀ ਫਾਇਦਾ।
जो तुसीं मेरे कोले आउणे हो, मेरे कोले पढ़दे हो, तुसीं सारे मेरे भैन भरा हो, ठीक है ना। तो मेरा हक है कि तुहानूं वधिया चीज़ प्रोवाइड करा। ਇਹ ਨਹੀਂ ਕਿ ਬਸ ਕਿ ਸੌਖੇ ਜਿਹੇ ਆਪਰੇਸ਼ਨ ਦੇਖੇ, ਸੌਖੇ ਆਪਰੇਸ਼ਨ ਦੇਖ ਕੇ ਤੁਸੀਂ ਪਤਾ ਮੈਨੂੰ ਭੱਜੇ ਤਾਂ ਬਹੁਤ ਜਾਣੇ ਹੋਣਗੇ ਜੀ ਸੌਖੇ ਆਪਰੇਸ਼ਨ ਹੈ, ਪਰ ਸੌਖੇ ਵੱਲ ਨਾ ਜਾਓ, ਠੀਕ ਹੈ ਜੀ। ਹੁਣ ਸੌਖੇ ਰਹਿ ਕੇ ਬਾਅਦ 'ਚ ਔਖੇ ਹੋਣਗੇ। ਇਸ ਤੋਂ ਬਾਅਦ ਮਹੱਤਵਪੂਰਨ ਤੱਥ ਇਹ ਦੇਖ ਲਓ, ਇੱਕ ਪ੍ਰਧਾਨ ਮੂਵਮੈਂਟ ਚਲਾਈ ਸੀ, ਪ੍ਰਧਾਨ ਮੂਵਮੈਂਟ ਇਹਨੇ ਕਿਹਨੇ ਚਲਾਈ ਸੀ? ਇਹ ਚਲਾਈ ਸੀ ਵਿਨੋਬਾ ਭਾਵੇ ਨੇ। ਬਸ ਇਹ ਡਾਇਰੈਕਟ ਯਾਦ ਕਰ ਲਓ। ਦੂਸਰਾ ਆਪਰੇਸ਼ਨ ਆਇਆ ਸੀ ਨਰਮਦਾ ਬਚਾਓ। ਨਰਮਦਾ ਬਚਾਓ ਜਿਹੜੀ ਮੂਵਮੈਂਟ ਸੀ, ਇੱਕ ਨਹੀਂ ਚਲਾਈ ਸੀ ਨਰਮਦਾ ਜਿਹੜੀ ਆਪਣੀ ਨਦੀ ਹੈ, ਉਹਦੇ ਵਿੱਚ ਨਾ ਮਤਲਬ ਫੈਕਟਰੀਆਂ ਦਾ ਕੂੜਾ ਕਰਕਟ ਬਾਹਲਾ ਜਾਣ ਲੱਗ ਗਿਆ ਸੀ, ਤਾਂ ਉਹਦੇ ਸੰਬੰਧ ਵਿੱਚ ਮੇਧਾ ਪਾਟੇਕਰ ਨੇ ਇੱਕ ਮੂਵਮੈਂਟ ਚਲਾਈ ਸੀ ਕਿ ਨਰਮਦਾ ਨੂੰ ਬਚਾਓ, ਇਹਦੇ ਵਿੱਚ ਸਾਫ਼ ਸਫਾਈ ਰੱਖੋ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਸਭ ਤੋਂ ਮਹੱਤਵਪੂਰਨ ਜਿਹੜਾ ਹੈਗਾ ਸੁੰਦਰ ਲਾਲ ਬਰਗੁਣਾ। ਉਹਨਾਂ ਨੇ ਕਿਹੜਾ ਅੰਦੋਲਨ ਚਲਾਇਆ? ਉਹਨਾਂ ਨੇ ਚਲਾਇਆ ਸੀ ਚਿਪਕੋ ਅੰਦੋਲਨ। ਚਿਪਕੋ ਅੰਦੋਲਨ ਕੀ ਚਲਾਇਆ ਸੀ? ਜਿਹੜੇ ਰੁੱਖਾਂ ਦੀ ਲੋਕ ਬਿਨਾਂ ਗੱਲ ਤੋਂ ਕਟਾਈ ਕਰੀ ਜਾਂਦੇ ਸੀ, ਰੁੱਖਾਂ ਦੀ ਕਟਾਈ ਨੂੰ ਰੋਕਣ ਵਾਸਤੇ ਉਹਨਾਂ ਨੇ ਕਿਹਾ ਸੀ ਰੁੱਖਾਂ ਨੂੰ ਜਾ ਕੇ ਚਿਪਕ ਜਾਓ, ਕਿ ਰੁੱਖ ਨੂੰ ਅਸੀਂ ਕੱਟਣ ਨਹੀਂ ਦੇਣਾ। ਤਾਂ ਕਰਕੇ ਸੁੰਦਰ ਲਾਲ ਬਰਗੁਣਾ ਦੇ ਨਾਂ 'ਤੇ ਚਿਪਕੋ ਅੰਦੋਲਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਇਹ ਹੈ। ਇਸ ਤੋਂ ਬਾਅਦ ਸੰਪੂਰਨ ਕ੍ਰਾਂਤੀ ਮੂਵਮੈਂਟ ਸੀ ਜਿਹੜੀ ਸੰਪੂਰਨ ਕ੍ਰਾਂਤੀ, ਇਹ ਕਿਹਨੇ ਚਲਾਈ ਸੀ? ਇਹ ਚਲਾਈ ਸੀ ਜੀ ਆਪਣੇ ਜੈ ਪ੍ਰਕਾਸ਼ ਨਾਰਾਇਣ ਨੇ, ਠੀਕ ਹੈ। ਇਹਦੇ ਬਾਰੇ ਤੁਹਾਨੂੰ ਡਿਟੇਲ ਵਿੱਚ ਕਰਨ ਦੀ ਕੋਈ ਲੋੜ ਨਹੀਂ, ਬਸ ਤੁਸੀਂ ਸਿੱਧਾ ਇੱਕ ਯਾਦ ਕਰ ਲਓ ਕਿ ਵਿਨੋਬਾ ਭਾਵੇ ਨੇ ਪ੍ਰਧਾਨ ਮੂਵਮੈਂਟ ਚਲਾਈ ਸੀ, ਮੇਧਾ ਪਾਟੇਕਰ ਨੇ ਨਰਮਦਾ ਬਚਾਓ, ਸੁੰਦਰ ਲਾਲ ਨੇ ਚਿਪਕੋ ਅਤੇ ਆਪਣੇ ਜੈ ਪ੍ਰਕਾਸ਼ ਨੇ ਸੰਪੂਰਨ ਕ੍ਰਾਂਤੀ। ਇਸ ਤੋਂ ਬਾਅਦ ਕਿਸ ਸਾਲ 1905 ਵਿੱਚ ਬੰਗਾਲ ਦਾ ਵਿਭਾਜਨ ਹੋਇਆ? ਠੀਕ ਹੈ ਜੀ, ਕਿਸ ਸਾਲ 1905 ਵਿੱਚ ਬੰਗਾਲ ਦਾ ਵਿਭਾਜਨ ਹੋਇਆ? ਕਿਸ ਨੇ ਕਰਿਆ? ਸੱਚ ਥੋੜ੍ਹੀ ਆਪਰੇਸ਼ਨ ਦੇ ਵਿੱਚ ਪ੍ਰੋਬਲਮ ਆ ਗਈ। ਜਿਹੜਾ 1905 ਦੇ ਵਿੱਚ ਬੰਗਾਲ ਦਾ ਵਿਭਾਜਨ ਹੋਇਆ ਸੀ, ਉਦੋਂ ਕੌਣ ਸੀ ਵਾਇਸਰਾਏ ਦਾ ਗਵਰਨਰ ਜਨਰਲ ਜਾਂ ਵਾਇਸਰਾਏ ਦਾ ਗਵਰਨਰ ਜਨਰਲ? ਉਦੋਂ ਕੌਣ ਸੀ? ਉਦੋਂ ਹੈਗਾ ਸੀ ਜੀ ਆਪਣਾ ਲਾਰਡ ਕਰਜ਼ਨ। ਇਹ ਆਪਰੇਸ਼ਨ ਬਹੁਤ ਵਾਰੀ ਪੁੱਛਿਆ ਜਾਂਦਾ ਜਦੋਂ ਬੰਗਾਲ ਦੀ ਵੰਡ ਹੋਈ ਸੀ ਔਰ ਵਾਇਸਰਾਏ ਦਾ ਗਵਰਨਰ ਕੌਣ ਸੀ? ਉਹ ਹੈਗਾ ਸੀ ਆਪਣਾ ਲਾਰਡ ਕਰਜ਼ਨ। ਹੁਣ ਬੰਗਾਲ ਦੀ ਵੰਡ ਬਾਰੇ ਸੁਣ ਲਓ, ਬੰਗਾਲ ਦੀ ਵੰਡ ਕਿਉਂ ਕਰਨੀ ਪਈ ਅੰਗਰੇਜ਼ਾਂ ਨੂੰ, ਉਹ ਤੁਹਾਨੂੰ ਮੈਂ ਸਾਰੀ ਗੱਲ ਸਮਝਾਉਣਾ ਗਾ। ਦੇਖੋ ਮੰਨ ਲਓ ਆਹ ਬੰਗਾਲ ਹੈ, ਬੰਗਾਲ ਬਹੁਤ ਵੱਡਾ ਹੁੰਦਾ ਸੀ, ਬਹੁਤ ਸਾਰੀਆਂ ਸਟੇਟਾਂ ਹੁੰਦੀਆਂ ਸੀ ਬੰਗਾਲ ਦੇ ਵਿੱਚ। ਅੰਗਰੇਜ਼ਾਂ ਨੂੰ ਕੀ ਹੋਇਆ? ਅੰਗਰੇਜ਼ਾਂ ਨੂੰ ਰਾਜ ਕਰਨਾ ਅਤੇ ਔਖਾ ਲੱਗਦਾ ਸੀ, ਕਿਉਂਕਿ ਉਹਨਾਂ ਦਾ ਕੰਟਰੋਲ ਨਹੀਂ ਰਹਿੰਦਾ ਸੀ ਉਹ ਜਗ੍ਹਾ 'ਤੇ। ਉਹਨਾਂ ਨੇ ਕੰਟਰੋਲ ਰੱਖਣ ਵਾਸਤੇ ਆਪਦਾ ਕੰਟਰੋਲ ਰੱਖਣ ਵਾਸਤੇ ਕੀ ਕੀਤਾ? ਉਹਨਾਂ ਨੇ ਇੱਕ ਸਕੀਮ ਲਾਈ। ਉਹਨਾਂ ਨੇ ਆਖਿਆ ਜੇ ਆਪਾਂ ਇਸ ਤਰ੍ਹਾਂ, ਪਤਾ ਕੀ ਚੱਕਰ ਪਿਆ ਸੀ, ਇੱਥੇ ਮੂਵਮੈਂਟਾਂ ਸ਼ੁਰੂ ਹੋਣ ਲੱਗ ਗਏ ਸੀ ਆਜ਼ਾਦੀ ਵਾਸਤੇ ਨਾ। ਲੋਕ ਮਤਲਬ ਇੱਥੇ ਇਕੱਠਾ ਹੋ ਗਿਆ ਕਰੋ, ਇੱਥੇ ਇਕੱਠਾ ਹੋ ਗਿਆ, ਇੱਥੇ ਇਕੱਠਾ ਹੋ ਗਿਆ, ਇੱਥੇ ਆਏ ਲੋਕ ਨਾ ਆਜ਼ਾਦੀ ਲੈਣ ਵਾਸਤੇ ਇਕੱਠੇ ਹੋਣ ਲੱਗ ਗਏ ਸੀ। ਅੰਗਰੇਜ਼ਾਂ ਨੂੰ ਇਹ ਗੱਲ ਦੀ ਭਿਣਕ ਲੱਗ ਗਈ। ਉਹਨਾਂ ਨੇ ਆਖਿਆ ਜੇ ਇਹ ਲੋਕ ਇਕੱਠੇ ਹੋਣ ਲੱਗ ਗਏ ਤਾਂ ਇੱਕ ਉਬਾਲ ਉੱਠੂਗਾ ਜਿਹਦੇ ਕਰਕੇ ਆਪਣੀ ਅੰਗਰੇਜ਼ਾਂ ਦੀ ਸਰਕਾਰ ਜਮਾਂ ਗਿਰ ਸਕਦੀ ਹੈ। ਤਾਂ ਉਹਨਾਂ ਨੇ ਇਹ ਕਰਿਆ ਕਿ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਤੋੜ ਲਓ ਬੰਦਿਆਂ ਨੂੰ ਕਿ ਇਹਨਾਂ ਦੀ ਪਾਵਰ ਘੱਟ ਜਾਊ, ਉਹੀ ਕੰਮ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਬੰਗਾਲ ਸੀ ਉਹਨੂੰ 2-3 ਹਿੱਸਿਆਂ 'ਚ ਵੰਡ ਦਿੱਤਾ। 2-3 ਹਿੱਸਿਆਂ ਦੇ ਵਿੱਚ ਵੰਡ ਲਿਆ ਇਹਨਾਂ ਨੂੰ। ਉਹਨਾਂ 'ਤੇ ਮਤਲਬ ਇਹਨਾਂ ਨੇ ਆਪਦੇ ਜਿਹੜੇ ਮੁਲਾਜ਼ਮ ਸੀ ਉਹ ਫਿੱਟ ਕਰਤੇ ਉੱਥੇ ਕਿ ਕੋਈ ਵੀ ਮੂਵਮੈਂਟ ਹੁੰਦੀ ਚੁੱਪ ਕਰਕੇ ਉਹਨੂੰ ਦੱਬ ਦਿਓ ਉੱਥੇ। ਅਤੇ ਵੱਡੇ ਏਰੀਏ ਨਾਲੋਂ ਛੋਟੇ ਏਰੀਆ 'ਤੇ ਕੰਮ ਫੋਕਸ ਕਰਨਾ ਸੌਖਾ ਹੋ ਜਾਂਦਾ, ਪਤਾ ਲੱਗਦਾ ਮੂਵਮੈਂਟ ਕਿਹੜੀ ਚੱਲੀ ਜਾਂਦੀ ਹੈ। ਪਰ ਇਹਨੇ ਲੋਕਾਂ ਨੂੰ ਕਿਹਾ ਕਿ ਬਹਾਨਾ ਕੀ ਬਣਾਇਆ ਇਹਨਾਂ ਨੇ ਲੋਕਾਂ ਵਾਸਤੇ, ਕਹਿੰਦੀ ਅਸੀਂ ਬੰਗਾਲ ਦੀ ਵੰਡ ਤਾਂ ਕੀਤੀ ਹੈ, ਇੱਕ ਤਾਂ ਇਹਦੀ ਆਬਾਦੀ ਬਹੁਤ ਜ਼ਿਆਦਾ, ਇੱਕ ਅਸੀਂ ਭਾਸ਼ਾ ਦੇ ਆਧਾਰ 'ਤੇ ਲੋਕਾਂ ਨੂੰ ਅਲੱਗ ਕਰਾਂਗੇ, ਭਾਸ਼ਾ ਦੇ ਆਧਾਰ 'ਤੇ ਅਸੀਂ ਲੋਕਾਂ ਨੂੰ ਅਲੱਗ ਕਰਾਂਗੇ, ਤਾਂ ਕਰਕੇ ਅਸੀਂ ਇਹ ਬੰਗਾਲ ਦੀ ਵੰਡ ਕਰ ਰਹੇ ਹਾਂ। ਤਾਂ ਅਸਲ 'ਚ ਮੁੱਦਾ ਇਹ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਮੂਵਮੈਂਟ ਆ ਉਹ ਸੀ ਹੋਣ ਦੀ। ਸਾਨੂੰ ਜੇ ਛੋਟੇ ਟੋਟਿਆਂ ਦੇ ਵਿੱਚ ਬੰਗਾਲ ਵੰਡਿਆ ਹੋਊਗਾ ਤਾਂ ਸਾਨੂੰ ਉਹਨਾਂ ਦੀਆਂ ਜਿਹੜੀਆਂ ਮੂਵਮੈਂਟਾਂ ਉਹਨਾਂ ਬਾਰੇ ਪਤਾ ਲੱਗਦਾ ਰਹੂ ਅਤੇ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਉੱਥੇ ਮੂਵਮੈਂਟਾਂ ਉਹਨਾਂ ਨੇ ਖਤਮ ਕਰ ਦਾਂਗੇ, ਠੀਕ ਹੈ ਜੀ। ਉਦੋਂ ਕੌਣ ਸੀ ਇਹਨਾਂ ਦਾ? ਲਾਰਡ ਕਰਜ਼ਨ। ਇਹ ਗੱਲ ਤੋਂ ਹੀ ਬੰਗਾਲ ਦੇ ਵੰਡ ਤੋਂ ਹੀ ਇਹ ਤੋਂ ਬਾਅਦ ਜਿਹੜੀ ਆਪਣੀ ਸਵਦੇਸ਼ੀ ਮੂਵਮੈਂਟ ਸੀ ਉਹ ਚੱਲੀ ਸੀ, ਜਦੋਂ ਅੰਗਰੇਜ਼ ਇਹਨਾਂ ਧੱਕਾ ਕਰਿਆ ਕਿ ਆਪਾਂ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਦਾ ਵਰਤੋਂ ਛੱਡ ਦਿਓ ਅਤੇ ਦੇਸ਼ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਕਰੋ। ਸਵਦੇਸ਼ੀ ਮੂਵਮੈਂਟ ਵੀ ਇਸੇ ਕੰਮ 'ਤੇ ਚੱਲੀ ਸੀ, ਬੰਗਾਲ ਦੀ ਵੰਡ ਤੋਂ ਦੁਖੀ ਹੋ ਕੇ ਲੋਕਾਂ ਨੇ ਚਲਾਈ ਸੀ। ਇਸ ਤੋਂ ਬਾਅਦ ਆ ਗਿਆ ਬਰਮੋ ਸਮਾਜ ਦਾ ਸੰਸਥਾਪਕ ਕੌਣ ਸੀ? ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈਗਾ ਕਿ ਬਰਮੋ ਸਮਾਜ ਦਾ ਸੰਸਥਾਪਕ ਕੌਣ ਸੀ? ਇਹਦਾ ਹੈਗਾ ਸੀ ਜੀ ਆਪਣਾ ਰਾਜਾ ਰਾਮ ਮੋਹਨ ਰਾਏ। ਬ੍ਰਹਮੋ ਸਮਾਜ ਦਾ ਸੰਸਥਾਪਕ ਕੌਣ ਸੀ ਜੀ? ਰਾਜਾ ਰਾਮ ਮੋਹਨ ਰਾਏ। ਇੱਕ ਇਹਨਾਂ ਨੇ ਕੀ ਕੀਤਾ ਸੀ? ਇੱਕ ਇਹਨਾਂ ਨੇ ਨਾ 1829 ਦੇ ਵਿੱਚ ਵਿਲੀਅਮ ਬੈਂਟਿੰਗ ਦੇ ਨਾਲ ਮਿਲ ਕੇ ਨਾ ਇਹਨਾਂ ਨੇ ਕੀ ਕੀਤਾ ਸੀ? ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ, ਠੀਕ ਹੈ ਜੀ। ਕਿਹਦਾ ਖਾਤਮਾ ਕੀਤਾ? 1829 ਦੇ ਵਿੱਚ ਵਿਲੀਅਮ ਬੈਂਟਿੰਗ ਨਾਲ ਮਿਲ ਕੇ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ। ਬਰਮੋ ਸਮਾਜ ਦਾ ਸੰਸਥਾਪਕ ਕੌਣ ਸੀ? ਰਾਜਾ ਰਾਮ ਮੋਹਨ ਰਾਏ। ਦੂਸਰੀ ਗੱਲ, ਇੱਕ ਤਾਂ ਇਹ ਚੀਜ਼ ਮਹੱਤਵਪੂਰਨ ਇਹਨਾਂ ਵਾਸਤੇ। ਦੂਸਰੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ? ਇਹਨਾਂ ਨੂੰ ਆਧੁਨਿਕ ਭਾਰਤ ਦਾ ਪਿਤਾ ਵੀ ਕਿਹਾ ਜਾਂਦਾ ਹੈ। ਇਹ ਪੁੱਛਣ ਆ ਜਾਣ ਕਿ ਆਧੁਨਿਕ ਭਾਰਤ ਦਾ ਪਿਤਾ ਕੌਣ ਸੀ? ਰਾਸ਼ਟਰ ਪਿਤਾ ਤਾਂ ਆਪਣੇ ਗਾਂਧੀ ਜੀ ਹੈ। ਆਧੁਨਿਕ ਭਾਰਤ ਦਾ ਪਿਤਾ ਕੌਣ ਸੀ? ਆਧੁਨਿਕ ਭਾਰਤ ਦਾ ਪਿਤਾ ਉਹ ਹੈਗਾ ਸੀ ਆਪਣਾ ਰਾਜਾ ਰਾਮ ਮੋਹਨ ਰਾਏ। ਜਿਹੜੇ ਨੂੰ ਰਾਜਾ ਦੀ ਉਪਾਧੀ ਦਿੱਤੀ ਸੀ ਉਹ ਕਿਹਨੇ ਦਿੱਤੀ ਸੀ? ਉਹ ਦਿੱਤੀ ਸੀ ਅਕਬਰ ਦੂਜੇ ਨੇ। ਅਕਬਰ ਦੂਜੇ ਨੇ ਇਹਨਾਂ ਨੂੰ ਕਾਹਦੀ ਉਪਾਧੀ ਦਿੱਤੀ ਸੀ? ਰਾਜੇ ਦੀ,
1857 ਦੇ ਵਿਦਰੋਹ ਵਿੱਚ ਕਿਸੇ ਦੇ ਦੁਆਰਾ ਆਰੰਭ ਕੀਤਾ ਗਿਆ। 1857 ਦਾ ਵਿਦਰੋਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਆਪਰੇਸ਼ਨ ਹੈ। 1857 ਦਾ ਵਿਦਰੋਹ ਕਿਸ ਦੇ ਦੁਆਰਾ ਆਰੰਭ ਕੀਤਾ ਗਿਆ? ਇਹ ਕਰਿਆ ਗਿਆ ਸੀ ਜੀ ਸਿਪਾਹੀਆਂ ਦੁਆਰਾ। ਇਹ ਜਿਹੜਾ ਚੱਲਿਆ ਸੀ ਬੈਰਕਪੁਰ ਛਾਉਣੀ ਤੋਂ। ਬੈਰਕਪੁਰ ਛਾਉਣੀ ਤੋਂ ਚੱਲਿਆ ਸੀ। ਇਹ ਰੌਲਾ ਕਾਹਦਾ ਸੀ ਸਾਰਾ ਉਹ ਸਮਝ ਲਓ। ਅੰਗਰੇਜ਼ ਆਪਣੇ ਜਿਹੜੇ ਭਾਰਤੀ ਸੀ, ਜਿਹੜੇ ਆਪਣੇ ਭਾਰਤੀ ਉੱਤੇ ਫੌਜ 'ਚ ਲੱਗੇ ਹੋਏ ਸੀ, ਉਹਨਾਂ ਨੂੰ ਜਿਹੜੇ ਕਾਰਤੂਸ ਦਿੰਦੇ ਸੀ ਨਾ, ਉਹ ਸੂਰ ਅਤੇ ਗਾਂ ਦੇ ਮਾਸ ਦੇ ਬਣੇ ਹੋਏ ਹੁੰਦੇ ਸੀ। ਅਤੇ ਜਦੋਂ ਉਹਨੂੰ ਚਲਾਉਣਾ ਹੁੰਦਾ ਸੀ ਕਾਰਤੂਸਾਂ ਨੂੰ, ਉਹਨੂੰ ਨਾ ਪਹਿਲਾਂ ਬੁੱਲ੍ਹਾਂ ਨਾਲ ਛਿੱਲਣਾ ਪੈਂਦਾ ਸੀ ਚਰਬੀ ਵਾਲੇ ਕਾਰਤੂਸਾਂ ਨੂੰ। ਇਹ ਗੱਲ ਕਰਕੇ ਜਿਹੜੇ ਆਪਣੇ ਮੁਸਲਮਾਨ ਸੀ, ਹਿੰਦੂ ਸੀ, ਸਿੱਖ ਸੀ, ਉਹਨਾਂ ਨੂੰ ਨਾ ਮਤਲਬ ਇਹ ਚੀਜ਼ ਤੋਂ ਬਹੁਤ ਜ਼ਿਆਦਾ ਘਿਣਾ ਹੋਣ ਲੱਗ ਗਈ ਕਿ ਆਪਦੇ ਆਪ ਨੂੰ ਉਹ ਦੂਸ਼ਿਤ ਸਮਝਣ ਲੱਗ ਗਏ ਕਿ ਅਸੀਂ ਚਰਬੀ ਗਾਂ ਦੇ ਸੂਰ ਦੇ ਮੂੰਹ 'ਚ ਪਾ ਕੇ ਛਿੱਲਦੇ ਹਾਂ। ਅਤੇ ਜਿਹੜੇ ਕਰਕੇ ਉਹਨਾਂ ਧਾਰਮਿਕ ਭਾਵਨਾਵਾਂ ਨੂੰ ਵੀ ਇਹ ਬਹੁਤ ਜ਼ਿਆਦਾ ਠੇਸ ਪਹੁੰਚੀ, ਜਿਸ ਕਰਕੇ ਉਹਨਾਂ ਦੇ ਅੰਦਰ ਵਿਦਰੋਹ ਸ਼ੁਰੂ ਹੋ ਗਿਆ। ਇੱਕ ਆਪਰੇਸ਼ਨ ਇਹ 'ਚ ਇਹ ਆਉਂਦਾ ਹੁੰਦਾ ਕਿ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ? ਇਹ ਆਪਰੇਸ਼ਨ ਤਾਂ ਵੱਟ 'ਤੇ ਬਿਆਨ ਸਮਝ ਲਓ। ਪਹਿਲਾਂ ਕੌਣ ਸੀ ਆਪਣਾ ਸ਼ਹੀਦ 1857 ਈਸਵੀ ਦੇ ਵਿਦਰੋਹ ਦਾ? ਉਹ ਹੈਗਾ ਸੀ ਜੀ ਆਪਣਾ ਮੰਗਲ ਪਾਂਡੇ। ਮੰਗਲ ਪਾਂਡੇ ਸੀ। ਜੇ ਹਜੇ ਵੀ ਕਿਸੇ ਨੂੰ ਮੰਗਲ ਪਾਂਡੇ ਦਾ ਇਤਿਹਾਸ ਦੇਖਣਾ ਤਾਂ ਤੁਸੀਂ ਅਮੀਰ ਖਾਨ ਦੀ ਫਿਲਮ ਹੈਗੀ ਮੰਗਲ ਪਾਂਡੇ, ਉਹ ਵੀ ਦੇਖ ਲਿਓ YouTube 'ਤੇ ਜਾ ਕੇ। ਠੀਕ ਹੈ ਜੀ। 1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ? ਮੰਗਲ ਪਾਂਡੇ। ਕਿਉਂ ਵਿਦਰੋਹ ਕੀਤਾ ਸੀ? ਚਰਬੀ ਵਾਲੇ ਕਾਰਤੂਸ ਵਰਤਣ ਤੋਂ ਉਹਨਾਂ ਨੇ ਨਾ ਕਰਤੀ ਸੀ, ਤਾਂ ਕਰਕੇ ਇਹ ਸਾਰਾ ਜਿਹੜਾ ਮਾਮਲਾ ਸੀ ਇਹ ਗਰਮ ਹੋ ਗਿਆ ਸੀ। ਠੀਕ ਹੈ ਜੀ। ਇੱਕ ਆਪਰੇਸ਼ਨ ਇਹ 'ਚ ਹੋਰ ਬਣਦਾ ਹੁੰਦਾ ਕਿ ਇਸ ਅੰਦੋਲਨ ਨੂੰ ਪਹਿਲਾ ਆਜ਼ਾਦੀ ਦਾ ਜਾਂ ਪਹਿਲਾ ਸੁਤੰਤਰਤਾ ਸੰਘਰਸ਼ ਕਿਹਨੇ ਕਿਹਾ ਸੀ? ਪਹਿਲਾ ਸੁਤੰਤਰਤਾ ਅੰਦੋਲਨ ਕਿਹਨੇ ਕਿਹਾ ਸੀ? ਉਹ ਕਿਹਾ ਸੀ ਜੀ ਆਪਣੇ ਬੀੜੀ ਸਾਵਰਕਰ। ਬੀੜੀ ਸਾਵਰਕਰ ਨੇ ਕਿਹਾ ਸੀ। ਠੀਕ ਹੈ ਜੀ। ਇੱਕ ਬੰਦਾ ਹੋਰ ਸੀ ਅੰਗਰੇਜ਼, ਉਹਨੇ ਕਿਹਾ ਸੀ ਇਹਨੂੰ ਰਾਸ਼ਟਰੀ ਵਿਦਰੋਹ। ਉਸਨੇ ਕਿਹਾ ਸੀ ਪਹਿਲਾ ਰਾਸ਼ਟਰੀ ਵਿਦਰੋਹ। ਉਹ ਕਿਹਨੇ ਕਿਹਾ ਸੀ? ਉਹ ਕਿਹਾ ਸੀ ਜੀ ਬੈਂਜਾਮਿਨ ਡਿਜ਼ਰੈਲੀ। ਠੀਕ ਹੈ ਜੀ। ਇਹ ਤਾਂ ਸਮਝੋ ਕਿ ਆਪਰੇਸ਼ਨ ਥੋੜ੍ਹਾ ਜਿਹਾ ਲੇਵਲ ਔਖਾ ਹੈਗਾ। ਤੁਸੀਂ ਕੋਈ ਚੱਕਰ ਨਹੀਂ, ਜੇ ਥੋੜ੍ਹੇ ਜਿੰਨਾ ਕੁ ਯਾਦ ਰਹਿੰਦਾ ਉਨਾ ਕਰ ਲਓ। ਇੱਕ ਤਾਂ ਮੈਂ ਤੁਹਾਨੂੰ ਦੇਖ ਲਓ, ਇੱਕ ਤੁਹਾਨੂੰ ਪਹਿਲਾਂ ਸਿਲੇਬਸ ਘੱਟ ਕਰਵਾ ਰਿਹਾ, ਇੱਕ ਤੁਸੀਂ ਇਹ ਡਿਟੇਲ 'ਚ ਪੜ੍ਹ ਲਓ ਅਤੇ ਐਤਵਾਰ ਨੂੰ ਆਪਾਂ ਕਲਾਸ ਆਫ ਰੱਖ ਦਿਆ ਕਰਾਂਗੇ, ਉਦੋਂ ਤੁਸੀਂ ਸਾਰੀ ਡਿਟੇਲ 'ਚ ਕਰ ਲਓ। ਅੱਜ ਇੱਕ ਲੈਕਚਰ ਮੈਂ ਤੁਹਾਨੂੰ ਹੋਰ ਪਾਊਂਗਾ, ਉਹ ਪੇਪਰ ਦੇ ਪੁਆਇੰਟ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਆ, ਉਹ ਵੀ ਤੁਸੀਂ ਕਰਨਾ ਗਾ ਨਾਲ ਨਾਲ। ਅਤੇ ਮੈਥ ਤੁਹਾਨੂੰ ਮੈਂ ਕਰਵਾ ਦਿਆ ਕਰੂੰ, ਮੈਨੂੰ 4-5 ਦਿਨ ਦੇ ਦਿਓ ਬਸ। ਕਾਂਗਰਸ ਛੱਡਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਨੇ 1939 ਦੇ ਵਿੱਚ ਕਿਸ ਦਲ ਦਾ ਗਠਨ ਕੀਤਾ? ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਸੁਭਾਸ਼ ਚੰਦਰ ਬੋਸ ਸੀ, ਇਹ ਪਹਿਲੇ ਬੰਦੇ ਸੀ ਜਿਹਨਾਂ ਨੇ INC ਇੰਡੀਅਨ ਨੈਸ਼ਨਲ ਕਾਂਗਰਸ ਦੇ ਪਦ ਤੋਂ, ਪ੍ਰਧਾਨ ਦੇ ਪਦ ਤੋਂ ਅਸਤੀਫਾ ਦਿੱਤਾ ਸੀ। ਪਹਿਲਾ ਬੰਦਾ ਸੀ ਜਿਹਨਾਂ ਨੇ ਅਸਤੀਫਾ ਦਿੱਤਾ, ਨਹੀਂ ਹੋਰ ਕਿਸੇ ਨੇ ਅਸਤੀਫਾ ਨਹੀਂ ਦਿੱਤਾ। ਇਹਨਾਂ ਨੇ ਕਿਹੜਾ ਦਲ ਬਣਾਇਆ ਸੀ? ਇਹ ਤੁਸੀਂ ਡਾਇਰੈਕਟਲੀ ਯਾਦ ਕਰ ਲਓ, ਇਹਦੀ ਛੁਰੀ ਸਮਝ ਦੀ ਲੋੜ ਨਹੀਂ। ਇਹਨਾਂ ਨੇ ਕੀ ਬਣਾਇਆ ਸੀ? ਫਾਰਵਰਡ ਬਲਾਕ। ਠੀਕ ਹੈ ਜੀ। ਇਹਨਾਂ ਨੇ ਕੀ INC ਛੱਡਤੀ ਸੀ। INC ਛੱਡਣ ਤੋਂ ਬਾਅਦ ਇਹਨਾਂ ਨੇ ਕਿਹੜੀ ਖੋਜ ਕਰੀ ਸੀ? ਫਾਰਵਰਡ ਬਲਾਕ ਦੀ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ, ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਆਜ਼ਾਦ ਭਾਰਤ ਦਾ ਪਹਿਲਾ ਅਤੇ ਅੰਤਮ ਗਵਰਨਰ ਜਨਰਲ ਉਹ ਹੈਗੇ ਸੀ ਜੀ ਆਪਣੇ ਰਾਜੋਗੋਪਾਲਚਾਰੀਆ। ਬਸ ਇਹ ਵੀ ਡਾਇਰੈਕਟ ਯਾਦ ਕਰ ਲਓ। ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਅਤੇ ਆਖਰੀ ਆਪਣਾ ਰਾਜੋਗੋਪਾਲਚਾਰੀਆ ਸੀ। ਇਸ ਤੋਂ ਬਾਅਦ ਆ ਗਿਆ 26 ਨਵੰਬਰ 1949 ਦਾ ਦਿਨ ਆਪਣੇ ਇਤਿਹਾਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ? ਦੇਖੋ 26 ਨਵੰਬਰ 1949 ਦੇ ਵਿੱਚ ਆਪਣਾ ਸੰਵਿਧਾਨ ਸੀ ਜਿਹੜਾ, ਉਹ ਬਣ ਕੇ ਨਾ ਤਿਆਰ ਹੋ ਗਿਆ ਸੀ, ਅਤੇ 26 ਜਨਵਰੀ 1950 ਨੂੰ ਇਹ ਸੰਵਿਧਾਨ ਕੀ ਸੀ ਆਪਣਾ ਲਾਗੂ ਹੋ ਗਿਆ ਸੀ। ਫਰਕ ਹੈਗਾ 26 ਨਵੰਬਰ 1949 ਨੂੰ ਤਾਂ ਹੋਇਆ ਸੀ ਇਹ ਤਿਆਰ। ਆਪਰੇਸ਼ਨ 2 ਪੁੱਛੇ ਜਾਂਦੇ ਨੇ ਕਿ ਤਿਆਰ ਕਿਦੋਂ ਹੋਇਆ ਸੀ, ਲਾਗੂ ਕਿਦੋਂ ਹੋਇਆ ਸੀ। 26 ਨਵੰਬਰ 1949 ਨੂੰ ਤਾਂ ਇਹ ਲਾਗੂ ਹੋਇਆ ਸੀ, ਅਤੇ 26 ਜਨਵਰੀ 1950 ਦੇ ਵਿੱਚ ਇਹ ਨਹੀਂ 26 ਜਨਵਰੀ 1950 ਦੇ ਵਿੱਚ ਲਾਗੂ ਹੋ ਗਿਆ ਸੀ, ਅਤੇ 26 ਨਵੰਬਰ 1949 ਦੇ ਵਿੱਚ ਇਹ ਤਿਆਰ ਹੋ ਗਿਆ ਸੀ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈਗੀ। ਬਾਕੀ ਸੰਵਿਧਾਨ ਦੇ ਜਦੋਂ ਆਪਾਂ ਪਲੇਟਿੰਗ ਕਰਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਸੰਵਿਧਾਨ ਦੇ ਇਕੱਲੇ ਅਨੁਛੇਦ ਅਤੇ ਆਰਟੀਕਲ ਮੈਂ ਇੰਨੀ ਚੰਗੀ ਤਰ੍ਹਾਂ ਸਮਝਾਉਣਾ, ਅੱਧੇ ਵਕੀਲ ਬਣ ਜਾਓਗੇ ਤੁਸੀਂ, ਅੱਧੇ ਵਕੀਲ। ਇਸ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਪਹਿਲਾਂ ਕੌਣ ਆਏ ਸੀ? ਆਹ ਆਪਰੇਸ਼ਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਆਪਣੇ ਆਏ ਸੀ ਪੁਰਤਗਾਲੀ। ਸਭ ਤੋਂ ਪਹਿਲਾਂ ਪੁਰਤਗਾਲੀ ਆਏ ਸੀ। ਕੌਣ ਆਇਆ ਸੀ ਇਹਦੇ ਵਿੱਚ? ਵਾਸਕੋ ਡੀ ਗਾਮਾ। ਇਹ ਪਹਿਲਾ ਬੰਦਾ ਜਿਹੜਾ ਸਮੁੰਦਰ ਦੇ ਰਸਤੇ ਆਪਣੇ ਭਾਰਤ ਦੇ ਵਿੱਚ ਆਇਆ ਸੀ। ਇਹ ਵੀ ਕਹਿ ਸਕਦੇ ਕਿ ਸਭ ਤੋਂ ਪਹਿਲਾਂ ਸਮੁੰਦਰ ਦਾ ਰਸਤਾ ਭਾਰਤ ਪਹੁੰਚਣ ਲਈ ਇਹ ਕਿਸ ਨੇ ਲੱਭਿਆ, ਉਹ ਵੀ ਵਾਸਕੋ ਡੀ ਗਾਮਾ ਹੀ ਹੈ। ਇਹ ਪੁਰਤਗਾਲੀ ਸੀ। ਸਭ ਤੋਂ ਪਹਿਲਾਂ ਆਪਣੇ ਇਹ ਆਏ ਸੀ। ਇੱਦੋਂ ਅੱਗੇ ਵਾਸਕੋ ਡੀ ਗਾਮਾ ਭਾਰਤ ਕਦੋਂ ਆਇਆ ਸੀ? ਇਹ ਆਇਆ ਸੀ ਜੀ 1498 ਦੇ ਵਿੱਚ। ਇਹ ਦੋਨੇ ਆਪਰੇਸ਼ਨ ਸੇਮ ਹੈਗੇ। 1498 ਦੇ ਵਿੱਚ ਵਾਸਕੋ ਡੀ ਗਾਮਾ ਆਇਆ ਸੀ,
ਪਹਿਲਾ ਪੁਰਤਗਾਲੀ ਸੀ ਜਿਹੜਾ ਆਇਆ ਸੀ, ਅਤੇ ਸਭ ਤੋਂ ਪਹਿਲਾਂ ਇਹਨੇ ਸਮੁੰਦਰ ਰਾਹੀਂ ਭਾਰਤ ਪਹੁੰਚਣ ਦਾ ਰਸਤਾ ਵੀ ਇਸ ਨੇ ਲੱਭਿਆ ਸੀ। ਇਹ ਕਿੱਥੇ ਆਇਆ ਸੀ ਸਭ ਤੋਂ ਪਹਿਲਾਂ? ਇਹ ਪ੍ਰਸ਼ਨ ਬਹੁਤ ਵਾਰੀ ਪੁੱਛਿਆ ਗਿਆ ਕਿ ਜਿਹੜਾ ਇਹ ਆਇਆ ਸੀ ਆਪਣਾ ਵਾਸਕੋ ਡੀ ਗਾਮਾ, ਇਹ ਸਭ ਤੋਂ ਪਹਿਲਾਂ ਕਿੱਥੇ ਉਤਰਿਆ ਸੀ? ਇਹ ਉਤਰਿਆ ਸੀ ਜੀ ਕਾਲੀਕਟ ਲੇਕ 'ਤੇ ਇਹ ਸਭ ਤੋਂ ਪਹਿਲਾਂ ਉਤਰਿਆ ਸੀ। ਇਹ ਗੱਲ ਯਾਦ ਰੱਖਣੀ ਹੈ। ਇਹ ਪ੍ਰਸ਼ਨ ਕਈ ਵਾਰੀ ਪੁੱਛਿਆ ਗਿਆ ਹੈਗਾ ਕਿ ਇਹ ਕਿੱਥੇ ਉਤਰੇ ਸਭ ਤੋਂ ਪਹਿਲਾਂ। ਇਹ ਕਾਲੀਕਟ ਬੰਦਰਗਾਹ 'ਤੇ ਉਤਰਿਆ ਸੀ। ਕਿੱਥੇ ਉਹ ਕਾਲੀਕਟ ਬੰਦਰਗਾਹ? ਉਹ ਹੈਗੀ ਆਪਣੇ ਕੇਰਲ ਦੇ ਵਿੱਚ। ਤੁਸੀਂ ਨਕਸ਼ਾ ਦੇਖੋ ਨਾ, ਕੇਰਲ ਜਮਾ ਨਾਲ ਹੀ ਰਹਿ ਗਿਆ, ਅਤੇ ਉੱਥੇ ਆਇਆ ਸੀ ਸਭ ਤੋਂ ਪਹਿਲਾਂ ਇਹ। ਓਕੇ ਜੀ। ਇਸ ਤੋਂ ਬਾਅਦ ਅਗਲਾ, ਗਾਂਧੀ ਜੀ ਨੇ ਕਿਸ ਧਾਰਮਿਕ ਗ੍ਰੰਥ ਨੂੰ ਆਪਣੀ ਮਾਤਾ ਕਿਹਾ ਹੈ? ਇਹ ਡਾਇਰੈਕਟ ਯਾਦ ਕਰ ਲਓ ਜੀ, ਥਿਊਰੀ ਸਮਝਣ ਦੀ ਕੋਈ ਲੋੜ ਨਹੀਂ। ਉਹਨਾਂ ਨੇ ਕਿਹਾ ਭਗਵਤ ਗੀਤਾ ਨੂੰ, ਕਿਉਂਕਿ ਭਗਵਤ ਗੀਤਾ ਤੋਂ ਉਹਨਾਂ ਨੇ ਆਪਣੇ ਜੀਵਨ ਦੇ ਨਿਰਦੇਸ਼ ਲਿੱਤੇ ਕਿ ਜੀਵਨ ਨੂੰ ਕਿਵੇਂ ਜਿਉਣਾ ਚਾਹੀਦਾ, ਕਿਵੇਂ ਆਪਦੇ ਆਪ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ, ਕਿਵੇਂ ਲੋਕਾਂ ਨੂੰ ਹੱਕ ਦਿਵਾਉਣੇ, ਉਹਨਾਂ ਦੇ ਹਮੇਸ਼ਾ ਸੱਚ ਬੋਲਣਾ। ਇਹ ਸਾਰੀਆਂ ਗੱਲਾਂ ਗਾਂਧੀ ਨੇ ਆਪਣੇ ਜੀਵਨ ਦੇ ਵਿੱਚ ਧਾਰੀਆਂ, ਅਤੇ ਉਹਨਾਂ ਨੇ ਇਹ ਜੀਵਨ ਦੇ ਵਿੱਚ ਧਾਰ ਕੇ ਗੱਲਾਂ ਨੂੰ, ਅਤੇ ਇਹਨੂੰ ਭਗਵਤ ਗੀਤਾ ਨੂੰ ਆਪਣੀ ਮਾਤਾ ਦੇ ਸਮਾਨ ਕਿਹਾ। ਕਿਸ ਨੇ ਕਿਹਾ ਸੀ ਕਿ ਦੇਸ਼ ਭਗਤੀ ਧਰਮ ਹੈ ਅਤੇ ਧਰਮ ਭਾਰਤ ਦੇ ਲਈ ਪਿਆਰ ਹੈ? ਇਹ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈਗਾ। ਇਹ ਆਉਣ ਦੇ ਫੁੱਲ ਚਾਂਸ ਹੈ, ਕਿਉਂਕਿ ਜਿਹੜੇ ਕਥਨ ਹੁੰਦੇ ਆ ਨਾ, ਇਹ ਕਦੇ ਵੀ ਨਹੀਂ ਭੁੱਲਣੇ, ਕਥਨ ਕਦੇ ਵੀ ਨਹੀਂ ਭੁੱਲਣੇ। ਇਹ ਗੱਲ ਕਹੀ ਸੀ ਜੀ ਆਪਣੇ ਬਿਕਰਮ ਚੰਦਰ ਚੈਟਰਜੀ ਨੇ, ਜਿਨ੍ਹਾਂ ਨੇ 1896 ਦੇ ਵਿੱਚ INC ਦੇ ਵਿੱਚ ਗੀਤ ਗਾਇਆ ਸੀ। ਕਿਹੜਾ ਗੀਤ ਗਾਇਆ ਸੀ? ਬੰਦੇ ਮਾਤਰਮ। ਅਤੇ ਸੁਣਿਆ ਕਿਹਨੇ ਸੀ? ਇਹ ਸਿਆਨੀ ਨੇ। ਸਿਆਨੀ ਉਦੋਂ ਪ੍ਰੈਜ਼ੀਡੈਂਟ ਹੁੰਦਾ ਸੀ INC ਦਾ, ਉਹਨੇ ਇਹ ਗੀਤ ਸੁਣਿਆ ਸੀ ਇਹਨਾਂ ਦਾ। ਇਸ ਤੋਂ ਬਾਅਦ ਜਨ ਗਣ ਮਨ ਜੋ ਗਾਣ ਸੀ, ਇਸਦਾ ਪੁਰਾਣਾ ਨਾਮ ਕੀ ਸੀ? ਇਹ ਪ੍ਰਸ਼ਨ ਦੇ ਵਿੱਚ ਆਉਣ ਦੇ ਫੁੱਲ ਚਾਂਸ ਹੈ। ਸਬ ਇੰਸਪੈਕਟਰ 2016 ਦੇ ਵਿੱਚ ਵੀ ਆਇਆ ਵਾ, ਇਹ ਦੁਬਾਰੇ ਵੀ ਰਿਪੀਟ ਹੋ ਸਕਦਾ ਪ੍ਰਸ਼ਨ। ਠੀਕ ਹੈ ਜੀ। ਦੇਖੋ ਜਨ ਗਣ ਮਨ, ਸਭ ਤੋਂ ਪਹਿਲਾਂ ਤੁਹਾਨੂੰ ਕਿੰਨੇ ਵਜੇ ਦੱਸਤਾ ਕਿ 1911 ਦੇ ਸੈਸ਼ਨ ਦੇ ਵਿੱਚ INC ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਇਹ ਗੀਤ ਗਾਇਆ ਸੀ। ਇਹਦਾ ਪਹਿਲਾ ਨਾਮ ਕੀ ਹੁੰਦਾ ਸੀ? ਇਹਦਾ ਪਹਿਲਾ ਨਾਮ ਹੁੰਦਾ ਸੀ ਭਾਰਤ ਵਿਦਾਤਾ। ਠੀਕ ਹੈ ਜੀ। ਜਨਮਨ ਗਣ ਜੋ ਗਾਣ ਸੀ, ਇਹਦਾ ਪੁਰਾਣਾ ਨਾਮ ਕੀ ਸੀ? ਭਾਰਤ ਵਿਦਾਤਾ। ਇਸ ਤੋਂ ਬਾਅਦ ਅੱਗੇ ਆ ਜਾਂਦੇ ਆਪਾਂ। ਇਨਕਲਾਬ ਜਿੰਦਾਬਾਦ ਦਾ ਨਾਅਰਾ ਕਿਸ ਨੇ ਦਿੱਤਾ ਸੀ? ਇਹਦੇ ਵਿੱਚ ਦੋ ਪ੍ਰਸ਼ਨ ਬਣਦੇ ਹੁੰਦੇ ਆ। ਜਿਹੜਾ ਇਹ ਸਲੋਗਨ ਦਿੱਤਾ ਸੀ ਸਭ ਤੋਂ ਪਹਿਲਾਂ, ਉਹ ਤਾਂ ਦਿੱਤਾ ਸੀ ਆਪਣੇ ਮਸ਼ਹੂਰ ਸ਼ਾਇਰ ਸੀ ਜਿਹੜੇ ਹਸਰਤ ਮੋਹਾਨੀ। ਠੀਕ ਹੈ ਜੀ। ਇਹ ਵਰਤਿਆ ਕਿ ਨਹੀਂ ਸੀ ਸਭ ਤੋਂ ਪਹਿਲਾਂ? ਇਹ ਵਰਤਿਆ ਸੀ ਆਪਣੇ ਭਗਤ ਸਿੰਘ ਨੇ। ਠੀਕ ਹੈ ਜੀ। ਵਰਤਿਆ ਕਿ ਨਹੀਂ ਸੀ? ਇਹ ਵਰਤਿਆ ਸੀ ਭਗਤ ਸਿੰਘ ਨੇ। ਇਨਕਲਾਬ ਜਿੰਦਾਬਾਦ ਦਾ ਨਾਅਰਾ, ਇਨਕਲਾਬ ਜਿੰਦਾਬਾਦ ਦਾ ਮਤਲਬ ਕੀ ਹੈ? ਪਹਿਲੇ ਦੇਖ ਲਓ, ਕ੍ਰਾਂਤੀ ਦੀ ਜੈ ਹੋਵੇ। ਇਨਕਲਾਬ ਜਿੰਦਾਬਾਦ ਦਾ ਮਤਲਬ ਇਹ ਹੈ ਕਿ ਕ੍ਰਾਂਤੀ ਦੀ ਜੈ ਹੋਵੇ ਜਾਂ ਆਜ਼ਾਦੀ ਦੀ ਜੈ ਹੋਵੇ। ਠੀਕ ਹੈ ਜੀ। ਇਹ ਦਿੱਤਾ ਤਾਂ ਸੀ ਆਪਣੇ ਹਸਰਤ ਮੋਹਾਨੀ ਨੇ, ਅਤੇ ਇਹ ਮਤਲਬ ਲਾਇਆ ਕਿ ਨਹੀਂ ਸਭ ਤੋਂ ਪਹਿਲਾਂ? ਤਾਂ ਇਹ ਲਾਇਆ ਸੀ ਆਪਣੇ ਭਗਤ ਸਿੰਘ ਨੇ। ਇਸ ਤੋਂ ਬਾਅਦ ਜੰਗ ਇੰਡੀਆ ਅਤੇ ਹਰੀਜਨ ਦੇ ਸੰਸਥਾਪਕ ਕੌਣ ਨੇ? ਜੰਗ ਇੰਡੀਆ, ਹਰੀਜਨ, ਮਾਈ ਐਕਸਪੈਰੀਮੈਂਟ ਵਿਦ ਟਰੁੱਥ, ਜਿਹੜਾ ਆਪਾਂ ਪਹਿਲਾਂ ਬੁੱਕ ਕਰਕੇ, ਇਹ ਸਾਰੇ ਤਿੰਨੇ ਰਚਨਾਵਾਂ ਆਪਣੇ ਮਹਾਤਮਾ ਗਾਂਧੀ ਜੀ ਨੇ। ਜੰਗ ਇੰਡੀਆ ਦਾ ਇੱਕ ਹੋਰ ਨਾਮ ਵੀ ਹੈ ਨਵਜੀਵਨ, ਇਹ ਸ਼ਾਇਦ ਇਹਨੇ ਬੰਗਾਲੀ 'ਚ ਲਿਖੀ ਹੋਈ ਹੈ, ਤਾਂ ਕਰਕੇ ਇਹਦਾ ਇਹ ਸੇਮ ਪ੍ਰੋਸੈਸ ਸੇਮ ਹੀ ਹੈ। ਇਹਨਾਂ ਨੂੰ ਅਨੁਵਾਦ ਕਰਿਆ ਹੋਇਆ ਹੋਰ ਭਾਸ਼ਾ ਦੇ ਵਿੱਚ। ਠੀਕ ਹੈ ਜੀ। ਇਸ ਤੋਂ ਬਾਅਦ ਭਾਰਤ ਵਿੱਚ ਆਉਣ ਵਾਲਾ ਪਹਿਲਾ ਬ੍ਰਿਟਿਸ਼ ਜਹਾਜ਼ ਦਾ ਨਾਮ ਦੱਸੋ? ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਦੇਖੋ ਲਿਖਿਆ ਹੋਇਆ ਵੀ ਨਾਲ। ਇਹ ਪ੍ਰਸ਼ਨ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ। ਭਾਰਤ ਵਿੱਚ ਆਉਣ ਵਾਲਾ ਪਹਿਲਾ ਬ੍ਰਿਟਿਸ਼ ਜਹਾਜ਼ ਦਾ ਨਾਮ ਦੱਸੋ? ਜਿਹੜਾ ਸਭ ਤੋਂ ਪਹਿਲਾਂ ਆਪਣੇ ਆਇਆ ਸੀ ਜਹਾਜ਼ ਅੰਗਰੇਜ਼ਾਂ ਦਾ, ਉਹਦਾ ਨਾਮ ਹੈਗਾ ਜੀ ਰੈੱਡ ਡਰੈਗਨ। ਇਹ ਪ੍ਰਸ਼ਨ ਆਉਣ ਦੇ ਫੁੱਲ ਚਾਂਸ ਹੈ। ਰੈੱਡ ਡਰੈਗਨ ਮਿਸ ਨਹੀਂ ਕਰਨਾ ਮੇਰੇ ਦੋਸਤੋ, ਇਹ ਪੱਕੀ ਆਉਣਾ ਗਾ। ਇਸ ਤੋਂ ਬਾਅਦ ਅਗਲਾ, ਨਵੇਂ ਭਾਰਤ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈ? ਨਵੇਂ ਭਾਰਤ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ? ਇਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਹ ਕਿਹਾ ਜਾਂਦਾ ਜੀ ਆਪਣੇ ਸ਼੍ਰੀ ਰਾਮ ਕ੍ਰਿਸ਼ਨ ਨੂੰ। ਨਵੇਂ ਭਾਰਤ ਦਾ ਪੈਗੰਬਰ ਸ਼੍ਰੀ ਰਾਮ ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈਗਾ। ਇੱਕ ਨਾ ਤੁਸੀਂ ਸੁਣਿਆ ਹੋਊ ਰਾਮ ਕ੍ਰਿਸ਼ਨ ਮਿਸ਼ਨ, ਸੁਣਿਆ ਸੀ ਨਾ ਤੁਸੀਂ ਰਾਮ ਕ੍ਰਿਸ਼ਨ ਮਿਸ਼ਨ? ਉਹ ਵੀ ਇਹਨਾਂ ਨੇ ਚਲਾਇਆ ਸੀ। ਕਿ ਵੀ ਡਾਇਰੈਕਟ ਪ੍ਰਸ਼ਨ ਆ ਜਾਂਦਾ ਕਿ ਭਾਈ ਜਿਹੜਾ ਰਾਮ ਕ੍ਰਿਸ਼ਨ ਮਿਸ਼ਨ ਸੀ ਉਹ ਕਿਸ ਨੇ ਚਲਾਇਆ ਸੀ? ਉਹ ਇਹਨਾਂ ਨੇ ਚਲਾਇਆ ਸੀ। ਉਹਦੇ ਵਿੱਚ ਕੀ ਸੀ? ਉਹਨਾਂ ਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਆਪਾਂ ਮਤਲਬ ਲੋਕਾਂ ਦੇ ਰੀਤੀ ਰਿਵਾਜ ਆ ਜਾਂ ਵਹਿਮ ਭਰਮ ਇਹਨਾਂ ਦੂਰ ਹੋ ਕੇ ਭਗਤੀ ਕਰੋ, ਬਸ ਇਹ ਕੰਮ ਸੀ ਨਾ। ਰਾਮ ਕ੍ਰਿਸ਼ਨ ਮਿਸ਼ਨ ਵੀ ਰਾਮ ਕ੍ਰਿਸ਼ਨ ਜੀ ਨੇ ਚਲਾਇਆ ਸੀ। ਇਸ ਤੋਂ ਬਾਅਦ ਕਿਸ ਨੇ ਕਿਹਾ ਸੀ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ? ਇਹ ਕਿਹਾ ਸੀ ਜੀ ਆਪਣੇ ਗਰਮ ਧੜੇ ਦੇ ਮੁਖੀ, ਜਦੋਂ 1907 ਦੇ ਵਿੱਚ ਸੂਰਤ ਵਿਭਾਜਨ ਹੋਇਆ ਸੀ। ਠੀਕ ਹੈ ਜੀ। ਉਦੋਂ INC ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ, ਦੋ ਧੜਿਆਂ 'ਚ ਵੰਡੀ ਗਈ ਸੀ। ਉਹਦੇ ਵਿੱਚ ਇੱਕ ਧੜਾ ਤਾਂ ਹੈਗਾ ਸੀ ਗਰਮ ਧੜਾ, ਇੱਕ ਹੈਗਾ ਸੀ ਨਰਮ ਧੜਾ। ਜਿਹੜਾ ਗਰਮ ਧੜਾ ਸੀ ਉਹਦੇ ਮੁਖੀ ਸੀ ਆਪਣੇ ਗੱਗੇ ਦੇ ਗੱਗਾ, ਗੱਗੇ ਦੇ ਗਰਮ, ਅਤੇ ਗੰਗਾ ਦਾ ਤਿਲਕ। ਅਤੇ ਆਪਣੇ ਜਿਹੜੇ ਦੂਸਰਾ ਸੀ ਇੱਕ ਤਾਂ ਗਰਮ ਧੜਾ ਸੀ, ਇੱਕ ਨਰਮ ਧੜਾ ਸੀ। ਨਰਮ ਧੜੇ ਦੇ ਕੌਣ ਸੀ? ਕ੍ਰਿਸ਼ਨ ਜੀ ਗੋਖਲੇ। ਠੀਕ ਹੈ ਜੀ। ਬਾਲ ਗੰਗਾ ਦਾ ਤਿਲਕ ਨੇ ਇਹ ਗੱਲ ਕਹੀ ਸੀਗੀ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਲੈ ਕੇ ਰਹਾਂਗਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਮੇਰਾ ਹੱਕ ਹੈ, ਆਪਣੀ ਆਜ਼ਾਦੀ ਹੈ, ਉਹ ਮੈਂ ਲੈ ਕੇ ਰਹੂੰਗਾ। ਅੰਗਰੇਜ਼ ਚਾਹੇ ਆਪਣੀ ਜਿੰਨਾ ਵੀ ਜ਼ੋਰ ਲਾ ਲੈਣ।
ਤੇ ਇੱਕ ਬਾਲ ਗੰਗਾ ਦਾ ਤਿਲਕ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਲੋਕਮਾਨੀਆ। ਲੋਕਮਾਨੀਆ, ਠੀਕ ਹੈ, ਇਹ ਗੱਲ ਵੀ ਯਾਦ ਰੱਖਣੀ ਹੈਗੀ। ਲੋਕਮਾਨੀਆ ਦੇ ਨਾਂ ਨਾਲ ਬਾਲ ਗੰਗਾ ਦਾ ਤਿਲਕ ਨੂੰ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਕੋਕਰੀ ਕਾਂਡ ਦਾ ਨੇਤਾ ਕੌਣ ਸੀ? ਇਹ ਪ੍ਰਸ਼ਨ ਆਪਾਂ ਬਹੁਤ ਵਾਰੀ ਪੜ੍ਹ ਲਿਆ। ਰਾਮ ਪ੍ਰਸਾਦ ਬਿਸਮਲ। ਕੋਕਰੀ ਕਾਂਡ ਉਹੀ ਹੈ ਜੀ ਜਿਹੜਾ 1925 ਦੇ ਵਿੱਚ ਹੋਇਆ ਸੀ, ਅਤੇ ਅੰਗਰੇਜ਼ਾਂ ਦੀਆਂ ਰੇਲ ਗੱਡੀ ਭਰੀ ਹੋਈ ਸੀ ਹਥਿਆਰਾਂ ਨਾਲ, ਉਹਨੂੰ ਲੁੱਟਣ ਦੀ ਆਪਣੇ ਭਾਰਤੀਆਂ ਨੇ ਕੋਸ਼ਿਸ਼ ਕੀਤੀ ਸੀ, ਪਰ ਇਹਦੇ ਵਿੱਚ ਮਤਲਬ ਕਾਮਯਾਬ ਨਹੀਂ ਹੋ ਸਕੇ। ਇਹ ਜਿਹੜਾ ਸਾਰਾ ਪ੍ਰੋਗਰਾਮ ਸੀ, ਜਿਹੜੀ ਸਾਰੀ ਇਹ ਮਤਲਬ ਸਕੀਮ ਬਣਾਈ ਹੋਈ ਸੀ, ਇਹਨੂੰ ਕੌਣ ਲੀਡ ਕਰ ਰਿਹਾ ਸੀ? ਇਹਨੂੰ ਲੀਡ ਕਰ ਰਿਹਾ ਸੀ ਆਪਣਾ ਰਾਮ ਪ੍ਰਸਾਦ ਬਿਸਮਲ। ਇਸ ਤੋਂ ਬਾਅਦ ਲਖਨਊ ਸਮਝੌਤਾ ਕਿਸ ਵਿਚਾਲੇ ਹੋਇਆ ਸੀ? ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਆਪਰੇਸ਼ਨ ਹੈ, ਬਹੁਤ ਜ਼ਿਆਦਾ ਮਹੱਤਵਪੂਰਨ ਆਪਰੇਸ਼ਨ ਹੈ। ਇਹਦੇ 2 ਆਪਰੇਸ਼ਨ ਬਣ ਗਏ। ਦੇਖੋ, ਲਖਨਊ ਪੈਕਟ ਇਹਦਾ ਹੋਇਆ ਕਦੋਂ ਸੀ? ਇਹ ਹੋਇਆ ਸੀ ਜੀ 1946 ਦੇ ਵਿੱਚ। ਲਖਨਊ ਪੈਕਟ ਕਦੋਂ ਹੋਇਆ ਸੀ? 1946 ਦੇ ਵਿੱਚ। ਡੇਟ ਸਿੱਧੀ ਯਾਦ ਰੱਖ ਲਓ। ਦੂਸਰਾ, ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਇਹ ਸੀ ਕਿ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਸੀ ਜਾਂ ਸਥਾਨ ਸੀ, ਉਹਨਾਂ ਦਾ ਬਟਵਾਰਾ ਕਰਨਾ ਸੀ ਇਹਨਾਂ ਨੇ, ਕਿ ਆਹ ਜਿਹੜੇ ਜ਼ਿਲ੍ਹੇ ਹੈਗੇ ਇਹਨਾਂ ਦੇ ਵਿੱਚ ਕੀ ਹਿੰਦੂਆਂ ਦੀਆਂ ਸੀਟਾਂ ਹੈਗੀਆਂ ਅਤੇ ਆਹ ਏਰੀਏ ਦੇ ਵਿੱਚ ਮੁਸਲਮਾਨਾਂ ਦੀਆਂ ਸੀਟਾਂ। ਲਖਨਊ ਪੈਕਟ ਦਾ ਮਤਲਬ ਇਹੀ ਹੈ। ਪ੍ਰਸ਼ਨ ਸਿੱਧਾ ਆ ਸਕਦਾ ਕਿ ਲਖਨਊ ਪੈਕਟ ਕਦੋਂ ਹੋਇਆ ਸੀ? 1916 ਦੇ ਵਿੱਚ। ਅਤੇ ਕਿਉਂ ਹੋਇਆ ਸੀ? ਕਿਉਂਕਿ ਹਿੰਦੂ ਅਤੇ ਮੁਸਲਮਾਨ ਸੀ ਜਿਹੜੇ, ਉਹਨਾਂ ਨੇ ਵਿਧਾਨ ਸਭਾ ਦੀਆਂ ਸੀਟਾਂ ਸੀ, ਉਹਨਾਂ ਦਾ ਰੌਲਾ ਸੀ ਕੋਈ ਇਹ। ਠੀਕ ਹੈ ਜੀ, ਆਹ ਇਹਨਾਂ ਦੇ ਆਨਸਰ ਦਿੱਤੇ ਹੋਏ ਆ, ਅਤੇ ਇਹਦੇ ਵਿੱਚ ਤੁਹਾਨੂੰ PDF ਮੈਂ 1-2 ਦਿਨਾਂ ਦੇ ਵਿੱਚ ਸੈਂਡ ਕਰ ਦੂੰ ਤੁਹਾਨੂੰ। ਅਤੇ ਜੇ ਹਜੇ ਵੀ ਕਿਸੇ ਨੂੰ, ਮੇਰੇ ਦੋਸਤ ਨੂੰ, ਮੇਰੀ ਭੈਣ ਨੂੰ, ਕਿਸੇ ਮੇਰੇ ਹੋਰ ਵੀ ਸਟੂਡੈਂਟ ਨੂੰ ਕੋਈ ਪ੍ਰੋਬਲਮ ਹੈ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ। ਠੀਕ ਹੈ ਜੀ, ਅੱਜ ਵੀ ਕੋਈ ਵੀ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ। ਉਸ ਦਿਨ ਥੋੜ੍ਹਾ ਜਿਹਾ ਮਤਲਬ ਤੁਹਾਨੂੰ ਪਤਾ ਹੀ ਹੈ, ਕਈ ਵਾਰੀ ਬੰਦਾ ਹੋਰ ਬਿਜੀ ਹੁੰਦਾ ਗਾ। ਬਾਕੀ ਰਹੀ ਗੱਲ ਜੀ ਆਪਣੀ ਮੈਥ ਦੀ, ਮੈਥ ਮੈਂ ਕਰਵਾ ਦੂੰਗਾ ਤੁਹਾਨੂੰ, ਮੈਥ ਦਾ ਕੋਈ ਚੱਕਰ ਨਹੀਂ। ਬਸ ਤੁਸੀਂ ਨਾ ਮੈਨੂੰ 4 ਤੋਂ 5 ਦਿਨ ਦਿਓ, ਮੈਂ ਸਾਰਾ ਜਿਹੜਾ ਆਪਣਾ ਡਾਟਾ ਗਾ ਇਕੱਠਾ ਕਰਕੇ ਉਹਦੇ PDF ਫਾਈਲਾਂ ਬਣਾ ਲਾਂ, ਅਤੇ ਫਿਰ ਉਹਦੀਆਂ ਤੁਹਾਨੂੰ ਅਸਾਈਨਮੈਂਟਾਂ ਵੀ ਦੇਣੀਆਂ ਗੀਆਂ, ਅਤੇ ਉਹ ਤੁਸੀਂ ਨਾ ਆਪਣੀਆਂ ਚੰਗੀ ਤਰ੍ਹਾਂ ਉਹ ਆਪਰੇਸ਼ਨ ਜਿਹੜੇ ਮੈਂ ਕਰਵਾਊਂਗਾ, ਉਹ ਮਤਲਬ ਇੰਨੇ ਵਧੀਆ ਤਰੀਕੇ ਨਾਲ ਕਰਨੇ ਨਾ, ਤੁਹਾਨੂੰ ਹਰੇਕ ਤਰੀਕਾ ਆਉਣਾ ਚਾਹੀਦਾ ਗਾ। ਤੁਹਾਨੂੰ ਇੱਕ ਪਹਿਲਾਂ ਦੱਸਤਾ, GK ਬਾਹਰੋਂ ਆ ਸਕਦੀ ਹੈ, ਕਰੰਟ ਅਫੇਅਰ ਬਾਹਰੋਂ ਆ ਸਕਦੇ ਆ, ਪਰ ਮੈਥਸ ਅਤੇ ਰੀਜ਼ਨਿੰਗ ਕਦੇ ਵੀ ਬਾਹਰੋਂ ਨਹੀਂ ਆਉਂਦਾ ਹੁੰਦਾ। ਠੀਕ ਹੈ ਜੀ, ਅਤੇ ਜਿਹੜੀ ਆਪਾਂ ਕਰੀ ਜਾਂਦੇ ਹਿਸਟਰੀ ਇਹਦੇ ਵਿੱਚੋਂ ਘੱਟੋ ਘੱਟ ਜਿਹੜੀ ਆਪਾਂ ਹਿਸਟਰੀ ਕਰ ਰਹੇ ਹਾਂ, ਇਹਦੇ ਵਿੱਚੋਂ 5 ਨੰਬਰ ਦਾ ਪੇਪਰ ਜਾਂ 4 ਦਾ ਨੰਬਰ ਵੱਟ 'ਤੇ ਪਿਆ ਗਾ। ਅਤੇ ਇੱਕ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ, ਜਿਹੜੇ ਇਹ ਪੇਪਰ ਲੈਂਦੇ ਆ PSSSB ਵਾਲੇ ਨਾ, ਇਹ ਬਾਇਓਲੋਜੀ ਦੇ ਵਿੱਚੋਂ ਵੀ ਜ਼ਿਆਦਾ ਪੇਪਰ ਪਾਉਂਦੇ ਆ, ਬਾਇਓਲੋਜੀ। ਅਤੇ ਬਾਇਓਲੋਜੀ ਵੀ ਤੁਹਾਨੂੰ ਇੰਨੇ ਵਧੀਆ ਤਰੀਕੇ ਨਾਲ ਕਰਵਾਉਂਗੇ, ਅੱਧੇ ਡਾਕਟਰ ਬਣ ਜਾਓਗੇ ਤੁਸੀਂ, ਅੱਧੇ ਡਾਕਟਰ ਬਣ ਜਾਓਗੇ। ਬਾਇਓਲੋਜੀ ਵੀ ਇਹੋ ਜਿਹੇ ਤਰੀਕੇ ਨਾਲ ਕਰਵਾਊਂਗਾ, ਅਤੇ 4 ਤੋਂ ਲੈ ਕੇ 3 ਤੋਂ 4 ਨੰਬਰਾਂ ਦੀ ਆਊਗੀ ਬਾਇਓਲੋਜੀ, 4 ਨੰਬਰਾਂ ਦਾ ਆਊਗਾ ਆਹ ਜਿਹੜਾ ਆਪਾਂ ਹਿਸਟਰੀ ਕਰ ਰਹੇ ਹਾਂ ਜੀ। ਠੀਕ ਹੈ ਜੀ, ਥੋੜ੍ਹੇ ਨੰਬਰ ਕਰਕੇ ਆਪਣੀ ਮਤਲਬ ਲਾਈਫ ਬਣ ਜਾਣੀ ਹੈ। ਅਤੇ ਇੱਕ ਵਾਰ ਤੁਸੀਂ ਚੰਗੀ ਤਰ੍ਹਾਂ ਕੰਟੀਨਿਊ ਸਟੱਡੀ ਰੱਖੋ। ਇਸ ਤੋਂ ਬਾਅਦ ਆਪਾਂ ਨਾ ਥੋੜ੍ਹਾ ਮੈਨੂੰ ਟਾਈਮ ਮਿਲਣ ਦਿਓ, ਇਸ ਤੋਂ ਬਾਅਦ ਆਪਾਂ ਦਿਨ ਦੇ ਵਿੱਚ 2 ਜਾਂ 3 ਲੈਕਚਰ 2 ਲੈਕਚਰ ਲਾ ਦਿਆ ਕਰਾਂਗੇ। ਠੀਕ ਹੈ ਜੀ, ਬਾਕੀ ਆਪਾਂ ਮੈਥ ਪੜ੍ਹਾ ਦਿਆ ਕਰਾਂਗੇ, ਜਿਹੜਾ ਮੈਥ ਤੁਹਾਨੂੰ ਕਰਵਾਉਣਾ ਗਾ। ਜੇ ਕਿਸੇ ਸਟੂਡੈਂਟ ਨੂੰ ਹੋਰ ਵੀ ਕੋਈ ਚਾਹੀਦਾ ਸਬਜੈਕਟ ਭਾਈ, ਉਹ ਵੀ ਦੱਸ ਦਿਓ। ਬਸ ਥੋੜ੍ਹਾ ਜਿਹਾ ਮੈਨੂੰ ਟਾਈਮ ਦੀ ਐਡਜਸਟਮੈਂਟ ਕਰਨ ਦੇ ਦਿਓ। ਬਸ ਮੈਂ ਥੋੜ੍ਹੇ 4-5 ਦਿਨਾਂ ਦਾ ਮੇਰਾ ਕੋਈ ਆਪਦਾ, ਜਿਵੇਂ ਆਪਾਂ ਕਹਿੰਦੇ ਨਿੱਜੀ ਕੰਮ ਹੈ ਮੇਰੇ, ਉਹ ਹੈ, ਅਤੇ ਉਹ ਮੈਂ ਨਿਬੇੜ ਲਾਂ ਕੰਮ ਆਪਦੇ। ਅਤੇ ਇਸ ਤੋਂ ਬਾਅਦ ਤੁਹਾਡੇ ਧੀਆਂ ਮੈਂ ਬਸ ਤੁਹਾਨੂੰ ਐਂ ਤੋਤੇ ਬਣਾ ਦੂੰਗਾ ਜਦੋਂ ਨੂੰ ਪੇਪਰ ਹੋਣਾ ਗਾ। ਠੀਕ ਹੈ ਜੀ, ਬਸ ਤੁਸੀਂ ਹਾਰਡ ਵਰਕ ਕਰੋ ਆਪਦਾ, ਅਤੇ ਨਾਲ ਉਹਦੇ ਸਮਾਰਟ ਵਰਕ ਵੀ ਜ਼ਰੂਰੀ ਹੈ। ਅਤੇ MCQ ਦੀ ਥਿਊਰੀ ਮੈਂ ਤੁਹਾਨੂੰ ਨਾਲ ਤਾਂ ਕਰਵਾਉਣਾ ਕਿਉਂਕਿ ਆਪਾਂ ਥਿਊਰੀ ਨਹੀਂ ਕੀਤੀ। ਅਤੇ ਹੋਰ ਵੀ ਮੇਰੇ ਕਿਸੇ ਦੋਸਤ ਨੂੰ, ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਕਿਸੇ ਦੇ ਵਿੱਚ ਵੀਰੂ ਵੀ, ਬਾਕੀ ਮੈਂ ਹਰੇਕ ਬੰਦੇ ਦਾ ਮੈਸੇਜ ਦਾ ਰਿਪਲਾਈ ਵੀ ਕਰਦਾ ਹੁੰਦਾ ਗਾ ਜਦੋਂ ਵੀ ਟਾਈਮ ਮਿਲਦਾ ਗਾ। ਅਤੇ ਇੱਕ ਟੈਲੀਗ੍ਰਾਮ ਦੇ ਵਿੱਚ ਜੁਆਇਨ ਹੋ ਜਾਓ, ਉਹਦੇ ਵਿੱਚ PDF ਆਪਣੇ ਪਹੁੰਚ ਚੁੱਕੇ ਆ ਸਾਰੇ। ਠੀਕ ਹੈ ਜੀ, ਅਤੇ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਪਾਉਣ ਦੀ ਕੋਸ਼ਿਸ਼ ਕਰਦਾ ਗਾ, ਸ਼ਾਇਦ 8 ਕੁ ਵਜੇ ਜਾਂ 7 ਕੁ ਵਜੇ ਤੁਹਾਨੂੰ ਵੀਡੀਓ ਪਾ ਦਾਂ। ਅਤੇ ਉਹ ਵੀਡੀਓ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰਨੀ, ਉਹ ਐਕਸਟਰਾ ਫੈਕਟ ਹੈਗੇ। ਠੀਕ ਹੈ, ਉਹ ਐਕਸਟਰਾ ਫੈਕਟ ਹੈਗੇ, ਉਹ ਤੁਸੀਂ ਉਹ ਕਰ ਲਿਓ। ਅਤੇ ਉਹਦੇ ਵਿੱਚ ਇੰਨੀਆਂ ਮਹੱਤਵਪੂਰਨ ਚੀਜ਼ਾਂ ਨਾ, ਅਤੇ ਉਹ ਵੀਡੀਓ ਤਾਂ ਛੋਟੀ ਜਿਹੀ ਹੋਊਗੀ, ਬਸ ਉਹ ਨਾਲ ਯਾਦ ਕਰਕੇ ਤੁਰੇ ਫਿਰਿਓ। ਕਿਉਂਕਿ ਤੁਹਾਨੂੰ ਮੈਂ ਜੇ ਮੈਥ ਵੀ ਨਾਲ ਸ਼ੁਰੂ ਕਰਦੇ ਹਾਂ ਤਾਂ ਤੁਹਾਡਾ 60-70 ਨੰਬਰਾਂ ਦਾ ਪੇਪਰ ਮੇਰੇ ਕੋਲ ਆ ਗਿਆ, ਅਤੇ ਉਹਦੇ ਮੈਂ ਆਪਦਾ ਫੁੱਲ ਜ਼ੋਰ ਲਾ ਦੂੰਗਾ, ਕਿਸੇ ਤਰ੍ਹਾਂ ਦੀ ਤੁਹਾਨੂੰ ਘਾਟ ਨਹੀਂ ਆਉਣ ਦਿੰਦਾ ਮੈਂ। ਠੀਕ ਹੈ ਜੀ, ਬਸ ਮੇਰੇ ਇਹੀ ਹੈ ਕਿ ਸਹੀ ਕੰਟੈਂਟ, ਬਾਕੀ ਤੁਹਾਨੂੰ ਆਪ ਹੀ ਪਰਖ ਹੋਊਗੀ ਕਿ ਜਿਹੜੇ ਮੈਂ ਆਪਰੇਸ਼ਨ ਤੁਹਾਨੂੰ ਕਰਾ ਰਿਹਾ ਮਹੱਤਵਪੂਰਨ ਹੈਗੇ ਕਿ ਨਹੀਂ ਹੋਗੇ, ਕਿਉਂਕਿ ਹਰੇਕ ਬੰਦੇ ਨੂੰ ਕੰਟੈਂਟ ਦਾ ਵੇਟੇਜ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਤੰਤ ਹੈਗਾ ਚੀਜ਼ ਦੇ ਵਿੱਚ। ਬਾਕੀ ਮੇਰਾ ਐਕਸਪੀਰੀਅੰਸ ਹੈ 5-7 ਸਾਲਾਂ ਦਾ। ਬਾਕੀ ਕਈਆਂ ਬੱਚਿਆਂ ਨੂੰ ਮੇਰੀ ਕੁਆਲੀਫਿਕੇਸ਼ਨ ਦੇ ਵਿੱਚ ਵੀ ਸ਼ੱਕ ਤਾਂ ਮੈਂ ਦੱਸਦਾ ਨਾ, ਮੈਂ +2 ਨੋਨ ਮੈਡੀਕਲ ਕੀਤਾ ਸਭ ਤੋਂ ਪਹਿਲਾਂ। ਇਸ ਤੋਂ ਬਾਅਦ ਮੈਂ BSc ਐਗਰੀਕਲਚਰ ਕੀਤੀ ਹੋਈ ਹੈ। ਇਸ ਤੋਂ ਬਾਅਦ MA ਹਿਸਟਰੀ ਕਰੀ ਹੋਈ ਹੈ, MA ਪੰਜਾਬੀ ਕਰੀ ਹੋਈ ਹੈ। ਠੀਕ ਹੈ ਜੀ, ਅਤੇ ਕੰਪਿਊਟਰ ITI ਕੋਪਾ, ਕੰਪਿਊਟਰ ਆਪਰੇਟਿੰਗ ਪ੍ਰੋਗਰਾਮ ਅਸਿਸਟੈਂਟ। ਠੀਕ ਹੈ ਜੀ, ਇਹ ਮੇਰੀਆਂ ਡਿਗਰੀਆਂ ਹੈਗੀਆਂ ਅਤੇ ਮੇਰੀ ਕੁਆਲੀਫਿਕੇਸ਼ਨ ਹੈ। ਠੀਕ ਹੈ ਜੀ, ਬਸ ਤੁਸੀਂ ਪੜ੍ਹਨ 'ਤੇ ਲੱਗ ਜਾਓ, ਇਕੱਲੀ ਸਟੱਡੀ ਕਰੋ, ਬਾਕੀ ਮਟੀਰੀਅਲ ਦੇਣਾ ਉਹ ਮੇਰੀ ਜ਼ਿੰਮੇਵਾਰੀ ਹੈ ਤੁਹਾਨੂੰ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ। ਜੇ ਹਜੇ ਵੀ ਮੇਰੇ ਕਿਸੇ ਵੀਰ ਭਰਾ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਮੈਨੂੰ ਡਾਇਰੈਕਟ ਥੱਲੇ ਮੈਸੇਜ ਕਰ ਲਿਓ, ਅਤੇ ਇੱਕ ਟੈਲੀਗ੍ਰਾਮ ਦੇ ਵਿੱਚ ਐਡ ਹੋ ਜਾਓ, ਤੁਹਾਨੂੰ PDF ਮਿਲ ਜਾ ਕਰਨਗੇ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।